ਪੌਣ ਗੁਰੂ ਗੁਰ ਸ਼ਬਦ ਹੈ, ਵਾਹ ਗੁਰੂ ਗੁਰ ਸ਼ਬਦ ਸੁਣਾਇਆ। ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਜਪਜੀ ਸਾਹਿਬ ਦਾ ਇੱਕ ਅਸੀਂ ਸ਼ਲੋਕ ਜਿਹੜਾ ਪੜ੍ਹਦੇ ਹਾਂ, ਪੌਣ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖਿਲੇ ਸਗਲ ਜਗਤ। ਉਹਦੇ ਗੁਰਬਾਣੀ ਦੀਆਂ ਕੁਝ ਲੇਅਰਸ ਨੇ। ਜਦੋਂ ਅਸੀਂ ਅਰਥ ਕਰਦੇ ਹਾਂ ਤੇ ਕੁਝ ਪਰਤਾਂ ਨੇ। ਅਸੀਂ ਕਿਸ ਲੈਵਲ ਦੇ ਉੱਤੇ ਉਹਦੇ ਅਰਥ ਕਰ ਰਹੇ ਹੁੰਦੇ ਹਾਂ। ਕੁਝ ਵਿਆਖਿਆ ਹੁੰਦੀ ਹੈ ਜੋ ਅਸੀਂ ਸਮਾਜ ਨੂੰ ਮੁੱਖ ਰੱਖ ਕੇ ਕਰਦੇ ਹਾਂ। ਕੁਝ ਵਿਆਖਿਆ ਹੁੰਦੀ ਹੈ ਜੋ ਅਸੀਂ ਵਾਤਾਵਰਨ ਨੂੰ ਮੁੱਖ ਰੱਖ ਕੇ ਕਰਦੇ ਹਾਂ। ਅਕਸਰ ਇਹ ਜਿਹੜਾ ਸਲੂਕ ਹੈ, ਇਹਦੀ ਵਿਆਖਿਆ ਵਾਤਾਵਰਨ ਨੂੰ ਮੁੱਖ ਰੱਖ ਕੇ ਕਰ ਦਿੱਤੀ ਜਾਂਦੀ ਹੈ ਕਿ ਪਵਨ ਗੁਰੂ, ਹਵਾ ਗੁਰੂ ਹੈ, ਪਾਣੀ ਪਿਤਾ ਹੈ, ਤੇ ਇਸ ਕਰਕੇ ਇਹਨਾਂ ਦੀ ਰਿਸਪੈਕਟ ਕਰੋ, ਇਹਨਾਂ ਦੀ ਸੰਭਾਲ ਕਰੋ। ਇਹ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਇੱਦਾਂ ਕਹਿ ਲਈਏ ਵੀ ਵਾਤਾਵਰਨ ਵਾਲੇ ਪਾਸੇ ਤੋਂ, ਕਲਾਈਮੇਟ ਚੇਂਜ ਹੋ ਰਿਹਾ ਹੈ ਉਹਦੇ ਵਾਲੇ ਪਾਸੇ ਤੋਂ ਕੀਤੇ ਜਾਂਦੇ ਨੇ, ਠੀਕ ਹੈ। ਪਰ ਇਹਦੇ ਅੰਦਰ ਥੋੜ੍ਹੀ ਜਿਹੀ ਹੋਰ ਡੂੰਘਾਈ ਹੈ। ਉਹ ਇਹ ਹੈ, ਪੌਣ ਗੁਰੂ ਗੁਰ ਸ਼ਬਦ ਹੈ, ਵਾਹ ਗੁਰੂ ਗੁਰ ਸ਼ਬਦ ਸੁਣਾਇਆ। ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਇਸ ਜ਼ਿੰਦਗੀ ਦੇ ਵਿੱਚ ਜਿਉਂਦੇ ਰਹਿਣ ਦੇ ਲਈ, ਸਰੀਰ ਮਿਲਣ ਤੋਂ ਬਾਅਦ, ਉਹ ਹੈ ਹਵਾ। ਰੋਟੀ ਸਾਨੂੰ 2 ਦਿਨ ਨਾ ਮਿਲੇ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਬਰਦਾਸ਼ਤ ਕਰ ਲਈਏ ਤੇ ਬਰਦਾਸ਼ਤ ਕਰ ਲਵਾਂਗੇ। ਪਰ ਜੇ ਕਿਤੇ ਸਾਨੂੰ ਆਕਸੀਜਨ ਨਾ ਮਿਲੇ, ਕਿੰਨਾ ਕੁ ਲੰਮਾ ਸਮਾਂ ਸਾਹ ਰੋਕ ਸਕਦੇ ਹਾਂ ਅਸੀਂ। ਕਿਸੇ ਦਾ ਬਹੁਤਾ ਸਟੈਮਿਨਾ ਹੋਵੇਗਾ ਤੇ ਅੱਧਾ ਘੰਟਾ ਕੱਢ ਲਵੇਗਾ, ਉਹ ਵੀ ਸਾਰੇ ਨਹੀਂ ਕੱਢ ਸਕਦੇ। 1.5-2 ਮਿੰਟ ਦੇ ਵਿੱਚ ਕੰਮ ਖਤਮ ਹੋ ਜਾਂਦਾ ਬੰਦੇ ਦਾ। ਕਿੰਨੀ ਜ਼ਰੂਰੀ ਹੈ ਸਾਡੇ ਲਈ ਹਵਾ। ਹੁਣ ਜਦੋਂ ਗੁਰੂ ਨੂੰ ਪਵਨ ਬੋਲਿਆ ਹੈ ਕਿ ਪੌਣ ਗੁਰੂ ਗੁਰ ਸ਼ਬਦ ਹੈ, ਉਦੋਂ ਇਹਦਾ ਭਾਵ ਇਹ ਨਹੀਂ ਹੈ ਵੀ ਆਹ ਜਿਹੜੀ ਹਵਾ ਚੱਲਦੀ ਹੈ ਤੇ ਇਹ ਸਾਡਾ ਗੁਰੂ ਹੈ। ਇਹਦਾ ਭਾਵ ਇਹ ਹੈ ਵੀ ਜਿੰਨਾ ਸਾਨੂੰ ਸਾਹ ਲੈਣ ਦੇ ਲਈ ਹਵਾ ਜ਼ਰੂਰੀ ਹੈ ਨਾ, ਓਨਾ ਸਾਡੇ ਆਤਮਿਕ ਜੀਵਨ ਦੇ ਲਈ ਗੁਰੂ ਜ਼ਰੂਰੀ ਹੈ। ਓਨਾ ਸਾਡੇ ਲਈ ਗੁਰੂ ਜ਼ਰੂਰੀ ਹੈ ਜਿੰਨੀ ਸਾਡੇ ਲਈ ਹਵਾ ਜ਼ਰੂਰੀ ਹੈ। ਮੈਂ ਫੇਰ ਬੇਨਤੀ ਕਰ ਦੇਵਾਂ, ਹਵਾ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਸਿੱਖ ਦਾ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਤੇ ਗੁਰੂ ਸਿੱਖ ਦਾ ਕੀ ਹੈ? ਸਿੱਖ ਦਾ ਗੁਰੂ ਇਹ ਨਹੀਂ ਵੀ ਬਸ ਫੋਟੋ ਲਾ ਲਈ ਗੱਡੀ ਦੇ ਵਿੱਚ ਤੇ ਇਹ ਸਾਡਾ ਗੁਰੂ ਹੋ ਗਿਆ, ਫੋਟੋ ਲਾ ਲਈ ਵੱਡੀ ਜੀ ਕਰਕੇ ਘਰ ਦੇ ਵਿੱਚ ਤੇ ਇਹ ਸਿੱਖ ਦਾ ਗੁਰੂ ਹੋ ਗਿਆ। ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਪੌਣ ਗੁਰੂ, ਜਿੱਦਾਂ ਹਵਾ ਜ਼ਰੂਰੀ ਹੈ ਇੱਦਾਂ ਗੁਰੂ ਸਾਡੇ ਲਈ ਜ਼ਰੂਰੀ ਹੈ। ਪਰ ਉਹ ਗੁਰੂ ਹੈ ਕੀ ਹੈ? ਗੁਰ ਸ਼ਬਦ ਹੈ। ਗੁਰੂ ਦਾ ਸ਼ਬਦ ਸਾਡਾ ਗੁਰੂ ਹੈ। ਗੁਰੂ ਦੀ ਬਾਣੀ ਸਾਡੇ ਲਈ ਗੁਰੂ ਹੈ। ਤੁਸੀਂ ਅਕਸਰ ਇਸ ਗੱਲ ਨੂੰ ਪੜ੍ਹੋਗੇ, ਸਰੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਹੈ, ਸਰੀਰ 10 ਗੁਰੂ ਸਾਹਿਬਾਨ ਦਾ ਵੀ ਹੈ, ਪਰ ਸਤਿਗੁਰੂ ਨੇ ਕਿਤੇ ਨਹੀਂ ਕਿਹਾ ਵੀ ਸਾਨੂੰ ਮੱਥੇ ਟੇਕੋ। ਹਾਲਾਂਕਿ ਸਤਿਕਾਰਯੋਗ ਨੇ ਸਤਿਗੁਰੂ, ਮੈਂ ਫੇਰ ਕਹਿ ਦੇਵਾਂ, ਹਰ ਮਹਾਂਪੁਰਸ਼, ਹਰ ਰੱਬ ਦਾ ਪਿਆਰਾ ਸਤਿਕਾਰਯੋਗ ਹੈ ਜਿਹੜਾ ਸਾਨੂੰ ਇਸ ਪਾਸੇ ਜੋੜਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਨੇ ਇੱਕ ਵਾਰ ਨਹੀਂ ਕਿਹਾ ਵੀ ਸਾਨੂੰ ਮੱਥੇ ਟੇਕੋ ਤੇ ਸਾਡੇ ਨਾਲ ਜੁੜੋ। ਸਤਿਗੁਰੂ ਕਹਿੰਦੇ ਰੱਬ ਦੇ ਨਾਲ ਜੁੜ ਜਾਓ। ਗੁਰੂ ਦਾ ਸ਼ਬਦ ਸਾਡੇ ਲਈ ਸਭ ਤੋਂ ਉੱਤੇ ਹੈ। ਪੌਣ ਗੁਰੂ ਗੁਰ ਸ਼ਬਦ ਹੈ, ਵਾਹ ਗੁਰੂ ਗੁਰ ਸ਼ਬਦ ਸੁਣਾਇਆ। ਜਿਹੜਾ ਗੁਰੂ ਨੇ ਸਾਨੂੰ ਸ਼ਬਦ ਸੁਣਾਇਆ ਹੈ ਨਾ, ਵਾਹ ਹੈ ਸਾਡੇ ਲਈ। ਇੱਕ ਹੋਰ ਥੋੜਾ ਜਿਹਾ ਇਸ ਨੂੰ ਬਾਰੀਕੀ ਦੇ ਵਿੱਚ ਸਮਝ ਲੈਣਾ ਗੱਲ ਨੂੰ। ਇੱਕ ਅਸੀਂ ਗੁਰਮੰਤਰ ਦਾ ਜਾਪ ਕਰਦੇ ਹਾਂ ਜਿਹਨੂੰ ਕਿਹਾ ਜਾਂਦਾ ਹੈ ਵਾਹਿਗੁਰੂ। ਦਿਨ ਦੇ ਵਿੱਚ ਜਿੰਨਾ ਵੀ ਕਰੋ ਥੋੜਾ ਹੈ, ਜਿੰਨਾ ਵੀ ਹੋ ਜਾਵੇ, ਚੱਲਦਿਆਂ ਫਿਰਦਿਆਂ ਜਦੋਂ ਵੀ ਸਮਾਂ ਲੱਗੇ, ਕੋਈ ਬਾਣੀ ਨਹੀਂ ਯਾਦ ਤੇ ਇਹਨੂੰ ਕਹਿਣਾ ਸ਼ੁਰੂ ਕਰ ਦੇਵੋ। ਪਰ ਇਹ ਇੱਕ ਪਾਸਾ ਹੈ। ਵਾਹਿਗੁਰੂ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਉਹ ਵੀ ਵਾਹ ਹੈ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਵੀ ਮੇਰੇ ਕੋਲੋਂ ਸ਼ਬਦ ਮੁੱਕ ਗਏ ਨੇ ਵੀ ਮੈਂ ਹੋਰ ਕੀ ਕਵਾਂ, ਫਿਰ ਅਸੀਂ ਕਹਿੰਦੇ ਹਾਂ ਵੀ ਵਾਹ, ਗੁਰੂ ਨੇ ਜਿਹੜਾ ਆਹ ਸ਼ਬਦ ਮੈਨੂੰ ਸੁਣਾਇਆ ਹੈ, ਗੁਰੂ ਨੇ ਆਹ ਜਿਹੜੀ ਬਾਣੀ ਦੀ ਦਾਤ ਮੇਰੇ ਝੋਲੀ ਦੇ ਵਿੱਚ ਪਾਈ ਹੈ ਨਾ, ਇਹ ਵਾਹ ਹੈ। ਵਾਹ ਗੁਰੂ ਗੁਰ ਸ਼ਬਦ ਸੁਣਾਇਆ। ਜਿਹੜਾ ਸ਼ਬਦ ਗੁਰੂ ਨੇ ਸੁਣਾਇਆ ਹੈ ਨਾ, ਉਹ ਮੇਰੇ ਲਈ ਹਵਾ ਜਿੰਨਾ ਜ਼ਰੂਰੀ ਹੈ। ਜਿੱਦਾਂ ਮੇਰੀ ਜ਼ਿੰਦਗੀ ਦੇ ਲਈ ਹਵਾ ਜ਼ਰੂਰੀ ਹੈ,
ਉੱਦਾਂ ਗੁਰੂ ਦਾ ਸ਼ਬਦ ਮੇਰੇ ਲਈ ਜ਼ਰੂਰੀ ਹੈ। ਇਹਨੂੰ ਸਮਝਿਓ। ਫੇਰ ਉਹ ਸਿੱਖ ਕਾਹਦਾ ਹੋਇਆ ਜਿਹਦੇ ਪੱਲੇ ਗੁਰੂ ਦਾ ਸ਼ਬਦ ਹੀ ਨਾ ਹੋਵੇ ਤੇ ਆਖੇ ਤੇ ਮੈਂ ਸਿੱਖ ਹਾਂ। ਸਿੱਖ ਦਾ ਸੰਬੰਧ ਸ਼ਬਦ ਦੇ ਨਾਲ ਹੈ। ਜਿੰਨੀ ਹਵਾ ਜ਼ਰੂਰੀ ਹੈ ਓਨਾ ਸਿੱਖ ਦੇ ਲਈ ਸ਼ਬਦ ਜ਼ਰੂਰੀ ਹੈ। ਇਸ ਕਰਕੇ ਜਿੰਨੀ ਬਾਣੀ ਪੜ੍ਹੀ ਜਾਵੇ, ਜਿੰਨਾ ਸ਼ਬਦ ਸਮਝ ਦੇ ਵਿੱਚ ਆ ਜਾਵੇ, ਓਨਾ ਹੀ ਥੋੜ੍ਹਾ ਹੈ। ਮੈਂ ਸਮੇਂ ਆਪ ਜੀ ਦੇ ਨਾਲ ਲੇਅਰਸ ਦੀ ਗੱਲ ਕੀਤੀ ਹੈ, ਗੁਰਬਾਣੀ ਦੀਆਂ ਪਰਤਾਂ ਦੀ ਗੱਲ ਕੀਤੀ ਹੈ। ਜਦੋਂ ਅਸੀਂ ਗੁਰਬਾਣੀ ਦੇ ਅਰਥ ਪੜ੍ਹਦੇ ਹਾਂ, ਹਰ ਇੱਕ ਬੰਦਾ ਆਪਣੀ ਆਪਣੀ ਮੱਤ ਦੇ ਨਾਲ ਉਹਦੇ ਅਰਥ ਕਰਦਾ ਹੈ। ਜਿੱਥੇ ਜਿੱਥੇ ਕਿਸੇ ਦੀ ਮੱਤ ਚਲੀ ਗਈ ਹੈ, ਇੱਕੋ ਹੀ ਸ਼ਬਦ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਦੀ ਵਿਆਖਿਆ ਹੋਰ ਤਰੀਕੇ ਦੀ ਕੀਤੀ ਹੈ। ਗਿਆਨੀ ਸ਼ੇਰ ਸਿੰਘ ਉਹਨਾਂ ਨੇ ਉਹਦੀ ਵਿਆਖਿਆ ਹੋਰ ਤਰੀਕੇ ਦੀ ਕੀਤੀ ਹੈ। ਇੱਥੇ ਹੀ ਸਹਿਜ ਪਾਠ ਚੱਲਦਾ ਪਿਆ ਹੈ। ਪ੍ਰੋਫੈਸਰ ਤੇਜਾ ਸਿੰਘ ਉਹਨਾਂ ਨੇ, ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੇ ਹੋਰ ਤਰੀਕੇ ਦੀ ਵਿਆਖਿਆ ਕੀਤੀ ਹੈ। ਇਹ ਨਹੀਂ ਵੀ ਵਿਆਖਿਆ ਗਲਤ ਹੈ। ਵਿਆਖਿਆ ਤਿੰਨਾਂ ਨੂੰ ਅਸੀਂ ਪੜ੍ਹਾਂਗੇ ਤੇ ਤਿੰਨੇ ਹੀ ਬੜੀਆਂ ਕਮਾਲ ਦੀਆਂ ਨੇ, ਪਰ ਹਰ ਇੱਕ ਦਾ ਆਪਣਾ ਲੈਵਲ ਹੈ ਵੀ ਕੌਣ ਕਿਹੜੀ ਚੀਜ਼ ਨੂੰ ਵੇਖਦਾ ਹੈ। ਇਸ ਕਰਕੇ ਸ਼ਬਦ ਜਿੰਨਾ ਪੜ੍ਹੋ, ਜਿੰਨਾ ਵੀ ਸ਼ਬਦ ਦੇ ਨੇੜੇ ਹੋ ਸਕਦੇ ਜੇ, ਜਿੰਨੀ ਵੀ ਬਾਣੀ ਪੜ੍ਹ ਸਕਦੇ ਜੇ, ਸੁਣ ਸਕਦੇ ਜੇ, ਬਾਣੀ ਸਾਡੇ ਟਿਪਸ ਦੇ ਉੱਤੇ ਹੋਣੀ ਚਾਹੀਦੀ ਹੈ। ਜਿੰਨੀ ਸਾਡੇ ਲਈ ਹਵਾ ਜ਼ਰੂਰੀ ਹੈ, ਇੰਨੇ ਸਾਡੇ ਲਈ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹ ਸਾਡੇ ਲਈ ਜ਼ਰੂਰੀ ਹੈ। ਫਿਰ ਕੱਲੀ ਹਵਾ ਹੀ ਨਹੀਂ, ਹਵਾ ਤੋਂ ਬਾਅਦ ਦੂਜੀ ਸਾਡੇ ਲਈ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਹੈ ਪਾਣੀ। ਹਾਲਾਂਕਿ ਸਾਡਾ ਸਰੀਰ ਪਾਣੀ ਤੋਂ ਬਣਦਾ ਹੈ, 70% ਇਹਦੇ ਵਿੱਚ ਇਹ ਹੈ, ਪਰ ਉਹ ਭਾਈ ਗੁਰਦਾਸ ਸਾਹਿਬ ਇਹਨੂੰ ਕਿੱਦਾਂ ਕਹਿੰਦੇ ਨੇ? ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਪਾਣੀ ਦੇ ਦੋ ਗੁਣ ਨੇ। ਇੱਕ ਤੇ ਨਿਰਮਲ ਕਰ ਦਿੰਦਾ ਹੈ, ਸਰੀਰ ਨੂੰ ਪਵਿੱਤਰ ਕਰ ਦਿੰਦਾ ਹੈ। ਅਸੀਂ ਕਿੰਨੇ ਵੀ ਲਿਬੜੇ ਹੋਈਏ, ਹੱਥ ਤੇ ਅਕਸਰ ਬਾਅਦ ਦੇ ਵਿੱਚ ਪਾਣੀ ਦੇ ਨਾਲ ਹੀ ਧੋਵਾਂਗੇ ਨਾ। ਕਿੰਨਾ ਵੀ ਸਾਬਣ ਵੀ ਲੱਗਾ ਹੈ, ਕੱਪੜੇ ਵੀ ਧੋਣੇ ਨੇ। ਮਹਾਰਾਜ ਨੇ ਬੋਲਿਆ ਹੈ, ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ। ਪਾਣੀ ਕੀ ਕਰਦਾ ਹੈ? ਸਫਾਈ ਦਾ ਕੰਮ ਕਰਦਾ ਹੈ। ਨਾਲ ਕੀ ਹੈ? ਪਾਣੀ ਨੂੰ ਜਦੋਂ ਵੀ ਰੋੜਿਆ ਜਾਵੇਗਾ, ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਨੂੰ ਜਾਵੇਗਾ। ਇਹ ਬੜੀ ਵਾਰ ਉਦਾਹਰਣ ਆਪ ਜੀ ਨੇ ਸੁਣੀ ਵੀ ਹੋਵੇਗੀ। ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਜਿੱਦਾਂ ਪਾਣੀ ਪਵਿੱਤਰ ਕਰਦਾ ਹੈ ਤੇ ਨੀਵੇਂ ਪਾਸੇ ਜਾਂਦਾ ਹੈ, ਜਿਹੜਾ ਗੁਰਮੁਖਾਂ ਦਾ, ਸਿੱਖਾਂ ਦਾ ਜਿਹੜਾ ਜ਼ਿੰਦਗੀ ਦਾ ਰਸਤਾ ਹੈ ਉਹ ਇਹ ਹੈ ਵੀ ਭਾਈ ਪਹਿਲਾਂ ਆਪਣੇ ਆਪ ਨੂੰ ਪਵਿੱਤਰ ਕਰੇ, ਫਿਰ ਇਹਦੇ ਕੋਲ ਆ ਕੇ ਦੂਜੇ ਪਵਿੱਤਰ ਹੋ ਜਾਣ। ਪਹਿਲਾਂ ਆਪਣੇ ਆਪ ਨੂੰ ਚੰਗਾ ਰੱਖੇ। ਛੱਪੜ ਦੇ ਵਿੱਚ ਵੀ ਤੇ ਪਾਣੀ ਹੁੰਦਾ ਹੀ ਹੈ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤੈ ਸਗਵੀ ਮਲ ਲਾਏ। ਜਿੱਥੇ ਸਾਰੇ ਸ਼ਹਿਰ ਦਾ ਪਾਣੀ ਗੰਦਾ ਇੱਕ ਥਾਂ ਤੇ ਇਕੱਠਾ ਹੁੰਦਾ ਹੋਵੇਗਾ, ਤੁਸੀਂ ਉੱਥੇ ਜਾ ਕੇ ਵੇਖਿਓ, ਉੱਥੇ ਤੇ ਬੰਦਾ ਖੜ ਨਹੀਂ ਸਕਦਾ, ਹੱਥ ਤੇ ਪਾਉਣ ਦੀ ਗੱਲ ਹੀ ਬੜੀ ਦੂਰ ਦੀ। ਪਰ ਜਿਹੜੀਆਂ ਨਦੀਆਂ ਚੱਲਦੀਆਂ ਨੇ ਉਹਨਾਂ ਦਾ ਪਾਣੀ ਸਾਫ਼ ਹੈ। ਜਿੱਦਾਂ ਪਾਣੀ ਪਵਿੱਤਰਤਾ ਦਿੰਦਾ ਹੈ ਨਾ, ਜ਼ਿੰਦਗੀ ਨੂੰ ਨਿਰਮਲ ਕਰਦਾ ਹੈ, ਇੱਦਾਂ ਸਿੱਖ ਦਾ ਜੀਵਨ ਹੋਵੇ, ਆਪ ਵੀ ਸਾਫ਼ ਹੋਵੇ ਤੇ ਇਹਦੇ ਕੋਲ ਆਉਣ ਵਾਲੇ ਬੰਦੇ ਵੀ ਪਵਿੱਤਰ ਹੋ ਜਾਣ। ਪਰ ਨਾਲ ਕੀ ਹੋਵੇ? ਨਿਵਾਣ ਦੇ ਵਿੱਚ ਚੱਲੇ। ਜਿੱਦਾਂ ਪਾਣੀ ਨੀਵਾਂ ਹੋ ਕੇ ਚੱਲਦਾ ਹੈ, ਗੁਰਸਿੱਖ ਨਿਵਾਣ ਦੇ ਵਿੱਚ ਹੋ ਕੇ ਚੱਲਦਾ ਹੈ। ਧਰਤੀ ਮਾਤ ਮਹੱਤ ਕਰ, ਓਤ ਪੋਤ ਸੰਜੋਗ ਬਣਾਇਆ। ਧਰਤੀ ਨੂੰ ਮਾਤਾ ਕਿਹਾ ਗਿਆ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਧਰਤੀ ਨੂੰ ਮੱਥੇ ਟੇਕਣੇ ਨੇ, ਨਹੀਂ, ਇਹ ਭਾਵ ਨਹੀਂ ਹੈ। ਅਸਲ ਦੇ ਵਿੱਚ ਇਹਨੂੰ ਵੀ ਸਮਝਣ ਦੀ ਲੋੜ ਹੈ। ਧਰਤੀ ਨੂੰ ਮਾਤਾ ਕਿਉਂ ਕਿਹਾ ਗਿਆ? ਸਾਡਾ ਜਨਮ ਕਿੱਥੋਂ ਹੁੰਦਾ ਹੈ? ਮਾਤਾ ਤੋਂ ਹੀ ਹੁੰਦਾ ਹੈ ਨਾ। ਠੀਕ ਹੈ, ਪਿਤਾ ਦਾ ਸੰਜੋਗ ਹੈ ਉਹਦੇ ਵਿੱਚ, ਪਰ ਜਨਮ ਤੇ ਮਾਂ ਹੀ ਦੇ ਰਹੀ ਹੈ ਨਾ। ਧਰਤੀ ਨੂੰ ਇਸ ਕਰਕੇ ਮਾਤਾ ਕਿਹਾ ਗਿਆ ਵੀ ਸਾਡਾ ਜਿਹੜਾ ਜਨਮ ਹੈ, ਸਾਡਾ ਕਰਮ ਹੈ, ਚੰਗੇ ਕਰਦੇ ਹਾਂ ਬੁਰੇ ਕਰਦੇ ਹਾਂ, ਇੱਥੇ ਬਹਿ ਕੇ ਕਰਦੇ ਹਾਂ। ਇਸ ਕਰਕੇ ਇਹਨੂੰ ਮਾਤਾ ਕਿਹਾ ਗਿਆ। ਬੱਚਾ ਕਿੱਥੇ ਜਾ ਕੇ ਖੇਡੇਗਾ? ਮਾਤਾ ਦੀ ਗੋਦ ਦੇ ਵਿੱਚ ਹੀ ਖੇਡੇਗਾ। ਇੱਦਾਂ ਧਰਤੀ ਦੀ ਗੋਦ ਦੇ ਵਿੱਚ ਅਸੀਂ ਸਾਰੇ ਬੈਠ ਕੇ ਕੰਮ ਕਰਦੇ ਹਾਂ। ਫਿਰ ਕਹਿ ਦੇਵਾਂ ਚੰਗਾ ਕਰਦੇ ਪਏ ਹਾਂ, ਬੁਰਾ ਕਰਦੇ ਪਏ ਹਾਂ। ਜਿਨ੍ਹਾਂ ਨੂੰ ਧਰਤੀ ਹੀ ਨਸੀਬ ਨਹੀਂ ਹੋਈ, ਉਹ ਫਿਰ ਕੀ ਕਰ ਲੈਣਗੇ? ਜਿਨ੍ਹਾਂ ਦਾ ਤੁਸੀਂ ਵੇਖੋ ਦਾਣਾ ਪਾਣੀ ਮੁੱਕ ਜਾਂਦਾ ਧਰਤੀ ਦੇ ਉੱਤੋਂ, ਕਿੱਥੇ ਲੱਭਦੇ ਨੇ ਫਿਰ? ਇਸ ਕਰਕੇ ਧਰਤੀ ਕੀ ਹੈ? ਧਰਤੀ ਮਾਤ ਮਹੱਤ ਕਰ, ਬੜੀ ਵੱਡੀ ਹੈ ਧਰਤੀ। ਇਹਨੂੰ ਮਾਤਾ ਦਾ ਦਰਜਾ ਇਸ ਕਰਕੇ ਦਿੱਤਾ ਗਿਆ ਵੀ ਜਿੱਦਾਂ ਮਾਤਾ ਦਾ ਜੀ ਕਰਦਾ ਹੈ ਨਾ ਵੀ ਉਹਦੇ ਬੱਚੇ ਰੱਜ ਕੇ ਖਾਣ, ਧਰਤੀ ਦੇ ਵਿੱਚ ਕੁਝ ਵੀ ਬੀਜੋ, ਧਰਤੀ ਕਈ ਗੁਣਾ ਤੋਂ ਵੱਧ ਉਹਨੂੰ ਵਾਪਸ ਜਿਹੜਾ ਉਹ ਦਿੰਦੀ ਹੈ ਸਾਨੂੰ। ਕਿੰਨਾ ਕੁਝ ਵਾਪਸ ਦੇ ਰਹੀ ਹੈ ਧਰਤੀ। ਓਤ ਪੋਤ ਸੰਜੋਗ ਬਣਾਇਆ। ਓਤ ਪੋਤ ਇੱਕ ਸ਼ਬਦ ਹੁੰਦਾ ਹੈ
ਖਾਸ ਕਰਕੇ ਸਾਡੇ ਕੱਪੜੇ ਜਦੋਂ ਤਿਆਰ ਹੁੰਦੇ ਨੇ, ਜਿਹਨੂੰ ਤਾਣਾ ਤੇ ਪੇਟਾ ਕਿਹਾ ਜਾਂਦਾ ਹੈ, ਇਹਦੇ ਵਿੱਚ ਧਾਗਾ ਦੋ ਪਾਸੇ ਦਾ ਚੱਲਦਾ ਹੈ, ਸੱਜੇ ਤੋਂ ਖੱਬੇ ਤੇ ਉੱਤੇ ਤੋਂ ਥੱਲੇ, ਇਦਾਂ ਧਾਗਾ ਇਹਦੇ ਵਿੱਚ ਬੁਣਿਆ ਗਿਆ ਹੁੰਦਾ ਹੈ ਬਹੁਤਿਆਂ ਕੱਪੜਿਆਂ ਦੇ ਵਿੱਚ। ਉਹਨੂੰ ਕਿਹਾ ਜਾਂਦਾ ਹੈ ਓਤ ਪੋਤ। ਇੱਕ ਧਾਗੇ ਦੇ ਵਿੱਚ ਦੂਜਾ ਧਾਗਾ ਇਦਾਂ ਮਿਲਿਆ ਵੀ ਇੱਕ ਧਾਗਾ ਖਿੱਚਣ ਦੀ ਕੋਸ਼ਿਸ਼ ਕਰੋ ਤੇ ਉਹ ਜਿਹੜਾ ਕੱਪੜਾ ਹੈ ਉਹ ਇੰਜ ਲੱਗਣ ਲੱਗ ਪੈਂਦਾ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਅਸੀਂ ਧਰਤੀ ਦੇ ਨਾਲ ਇਦਾਂ ਮਿਲੇ ਹੋਏ ਹਾਂ। ਜੇ ਧਰਤੀ ਦੇ ਨਾਲ ਅਸੀਂ ਨਾ ਮਿਲੇ ਹੋਈਏ ਤੇ ਫਿਰ ਸਾਡਾ ਕੀ ਸੰਬੰਧ ਹੋਵੇ? ਸਾਡਾ ਤੇ ਵਜੂਦ ਹੀ ਖਤਮ ਹੋ ਜਾਵੇ। ਧਰਤੀ ਮਾਤ ਮਹੱਤ ਕਰ, ਓਤ ਪੋਤ ਸੰਜੋਗ ਬਣਾਇਆ, ਦਾਈ ਦਾਇਆ ਰਾਤ ਦੇਹ, ਬਾਲ ਸੁਭਾਏ ਜਗਤਰ ਖਿਲਾਇਆ। ਵੈਸੇ ਜਪਜੀ ਸਾਹਿਬ ਦੇ ਨਾਲ ਮਿਲਦਾ ਮਿਲਦਾ ਸ਼ਲੋਕ ਹੈ। ਦਾਈ ਤੇ ਦਾਇਆ, ਦਾਈ ਸ਼ਬਦ ਤੇ ਸਾਨੂੰ ਪਤਾ ਹੀ ਹੋਵੇਗਾ, ਬੱਚੇ ਦਾ ਜਨਮ ਹੁੰਦਾ ਹੈ ਤੇ ਜਿਹੜੀ ਬੀਬੀ ਘਰ ਦੇ ਵਿੱਚ ਆ ਕੇ ਉਨੇ ਦਿਨ ਮਾਤਾ ਦੇ ਸਰੀਰ ਦੀ ਕੇਅਰ ਕਰਦੀ ਹੈ, ਬੱਚੇ ਦੀ ਕੇਅਰ ਕਰਦੀ ਹੈ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਦਾਈ। ਦਾਇਆ ਕਿਹਾ ਜਾਂਦਾ ਹੈ ਖਿਡਾਵਾ, ਜਿਹੜਾ ਬੱਚਿਆਂ ਨੂੰ ਖਿਡਾਉਂਦਾ ਹੈ। ਪਹਿਲਾਂ ਵੀ ਬੱਚਿਆਂ ਨੂੰ ਖਿਡਾਉਣ ਦੇ ਲਈ ਸਪੈਸ਼ਲ ਪ੍ਰਬੰਧ ਕੀਤੇ ਜਾਂਦੇ ਸੀ, ਹੁਣ ਵੀ ਕੀਤੇ ਜਾਂਦੇ ਨੇ। ਦਿਨ ਤੇ ਰਾਤ ਸਮਝ ਲਓ ਵੀ ਦਾਈ ਤੇ ਦਾਇਆ ਹੈ। ਅਸੀਂ ਇਹਦੇ ਵਿੱਚ ਹੀ ਖੇਡੀ ਜਾ ਰਹੇ ਹਾਂ। ਜਿੰਨੀ ਜਿੰਨੀ ਉਮਰ ਹੋ ਗਈ ਹੈ, ਜੋ ਕੁਝ ਕਰਦੇ ਪਏ ਹਾਂ ਦਿਨ ਤੇ ਰਾਤ ਦੇ ਅਧੀਨ ਕਰਦੇ ਪਏ ਹਾਂ। ਜੇ ਕਿਸੇ ਨੇ ਚੰਗੇ ਕੰਮ ਕੀਤੇ, ਬੁਰੇ ਕੰਮ ਕੀਤੇ, ਦਿਨ ਤੇ ਰਾਤ ਕਰਕੇ ਕੀਤੇ ਨੇ। ਦਾਈ ਦਾਇਆ ਰਾਤ ਦੇਹ, ਦਿਨ ਤੇ ਰਾਤ ਸਾਨੂੰ ਖੇਡਣ ਦੇ ਲਈ ਮਿਲੇ ਹੋਏ ਨੇ ਕਿ ਭਾਈ ਰਾਤ ਸੌਂ ਜਾਓ, ਦਿਨੇ ਉੱਠ ਕੇ ਕੰਮ ਕਰੀ ਜਾਓ। ਤੇ ਬਸ ਇਹ ਰੂਟੀਨ ਘੁੰਮਦੀ ਰਹਿੰਦੀ ਹੈ, ਜਿੱਦਾਂ ਘੜੀ ਦੀਆਂ ਸੂਈਆਂ ਘੁੰਮਦੀਆਂ ਰਹਿੰਦੀਆਂ ਨੇ, ਇੱਦਾਂ ਅਸੀਂ ਦਿਨ ਤੇ ਰਾਤ ਦੇ ਵਿੱਚ ਘੁੰਮਦੇ ਰਹਿੰਦੇ ਹਾਂ। ਬਾਲ ਸੁਭਾਏ ਜਗਤਰ ਖਿਲਾਇਆ, ਜਿੱਦਾਂ ਬੱਚਾ ਜਿਹੜਾ ਹੁੰਦਾ ਨਾ, ਉਹਦਾ ਸੁਭਾਅ ਹੁੰਦਾ ਹੈ ਵੀ ਉਹਨੂੰ ਖੇਡਣ ਦੇ ਲਈ ਖਿਡਾਵੇ ਦੀ ਲੋੜ ਹੁੰਦੀ ਹੈ। ਜ਼ਰੂਰੀ ਨਹੀਂ ਵੀ ਬਾਹਰੋਂ ਹੀ ਅਸੀਂ ਉਹਨੂੰ ਕਰਦੇ ਹਾਂ ਵੀ ਬਾਹਰੋਂ ਹੀ ਕੋਈ ਖਿਡਾਵਾ ਆਵੇ। ਸਾਡੇ ਘਰਾਂ 'ਚ ਬੱਚੇ ਹੁੰਦੇ ਨੇ, ਇੱਕ ਖਾਸ ਏਜ ਬੱਚੇ ਦੀ ਇੱਦਾਂ ਦੀ ਹੋ ਜਾਂਦੀ ਹੈ ਵੀ ਜਦੋਂ ਉਹ ਮੰਨ ਲਓ ਵੀ ਉੱਠ ਕੇ ਤੁਰਨ ਲੱਗ ਪੈਂਦਾ ਹੈ, ਪਰ ਇੰਨਾ ਸਿਆਣਾ ਹੀ ਨਹੀਂ ਹੁੰਦਾ ਵੀ ਕਿਹੜੇ ਪਾਸੇ ਚਲਾ ਜਾਵੇ। ਫਿਰ ਘਰ ਦੇ ਸਪੈਸ਼ਲ ਇੱਕ ਨਾ ਇੱਕ ਮੈਂਬਰ ਦੀ ਪੱਕੀ ਡਿਊਟੀ ਲੱਗੀ ਹੁੰਦੀ ਹੈ ਵੀ ਜਿਹੜਾ ਮਰਜ਼ੀ ਕੰਮ ਹੋਵੇ ਇਹਦੇ ਲਾਗੇ ਇੱਕ ਅੱਧਾ ਰਹਿਣਾ ਹੀ ਚਾਹੀਦਾ। ਉਹ ਕੀ ਹੁੰਦਾ ਹੈ, ਉਹਨੂੰ ਡਿਊਟੀ ਮਿਲੀ ਹੋਈ ਹੈ ਵੀ ਅੱਜ ਪਹਿਲਾਂ ਤੂੰ ਇਹਨੂੰ ਸੰਭਾਲ, ਬਾਅਦ ਦੇ ਵਿੱਚ ਕੋਈ ਹੋਰ ਆ ਜਾਵੇਗਾ। ਬੱਚੇ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ ਉਸ ਏਜ ਦੇ ਵਿੱਚ। ਇਹਨੂੰ ਕੀ ਕਿਹਾ ਜਾਂਦਾ ਹੈ, ਦਿਨ ਤੇ ਰਾਤ। ਉਹਦੇ ਲਾਗੇ ਕਦੀ ਮਾਤਾ ਆ ਜਾਂਦੀ ਹੈ, ਕਦੀ ਪਿਤਾ ਆ ਜਾਂਦਾ ਹੈ, ਕਦੀ ਭਰਾ ਆ ਜਾਂਦਾ ਹੈ, ਕਦੀ ਕੋਈ ਆ ਜਾਂਦਾ ਹੈ। ਇੱਦਾਂ ਬਸ ਸਾਡੇ ਨਾਲ ਹੁੰਦਾ ਹੈ, ਕਦੀ ਦਿਨ ਆ ਜਾਂਦਾ ਤੇ ਕਦੀ ਰਾਤ ਆ ਜਾਂਦੀ ਹੈ। ਖੇਡਦੇ ਅਸੀਂ ਇਹਦੇ ਵਿੱਚ ਹੀ ਰਹਿੰਦੇ ਹਾਂ। ਦਾਈ ਦਾਇਆ ਰਾਤ ਦੇਹ, ਬਾਲ ਸੁਭਾਏ ਜਗਤਰ ਖਿਲਾਇਆ। ਹੁਣ ਇਹ ਤੇ ਸਮਝ ਲਓ ਵੀ ਬਾਹਰ ਦੇ ਸੰਸਾਰ ਦੀ ਗੱਲ ਆ ਗਈ। ਮੈਂ ਫਿਰ ਇੱਕ ਵਾਰ ਦੁਹਰਾ ਦੇਵਾਂ, ਜਿੰਨੀ ਹਵਾ ਜ਼ਰੂਰੀ ਹੈ ਓਨਾ ਸਾਡੇ ਲਈ ਸ਼ਬਦ ਜ਼ਰੂਰੀ ਹੈ ਗੁਰੂ ਦਾ। ਇਸ ਕਰਕੇ ਸ਼ਬਦ ਵਾਹ ਹੈ। ਜਿੰਨਾ ਸਾਡੇ ਲਈ ਪਾਣੀ ਜ਼ਰੂਰੀ ਹੈ ਕਿ ਉਹ ਪਾਣੀ ਪਵਿੱਤਰਤਾ ਦਿੰਦਾ ਹੈ, ਨੀਵੇਂ ਪਾਸੇ ਚੱਲਦਾ ਹੈ, ਇੱਦਾਂ ਇੱਕ ਸੁਭਾਅ ਸਾਡੀ ਜ਼ਿੰਦਗੀ ਦੇ ਵਿੱਚ ਆਵੇ ਵੀ ਅਸੀਂ ਆਪਣੇ ਆਪੇ ਨੂੰ ਪਵਿੱਤਰ ਕਰੀਏ, ਕੋਈ ਸਾਡੇ ਲਾਗੇ ਆ ਕੇ ਪਵਿੱਤਰ ਹੋਵੇ ਤੇ ਨਾਲ ਕੀ ਹੈ, ਨਿਰਮਾਣ ਰਹਿ ਕੇ ਚੱਲੀਏ, ਜਿਹਨੂੰ ਡਾਊਨ ਟੂ ਅਰਥ ਰਹਿ ਕੇ ਚੱਲਣਾ ਹੁੰਦਾ ਹੈ। ਫਿਰ ਨਾਲ ਕੀ ਹੈ, ਧਰਤੀ ਵਾਲਾ ਸੁਭਾਅ ਹੋਵੇ, ਕੁਝ ਦੇਣ ਦਾ ਸੁਭਾਅ ਹੋਵੇ। ਇੱਥੇ ਫਿਰ ਅਸੀਂ ਜਿੱਦਾਂ ਧਰਤੀ ਦੇ ਨਾਲ ਮਿਲੇ ਹਾਂ, ਇੱਦਾਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ। ਦਾਈ ਦਾਇਆ ਦਿਨ ਤੇ ਰਾਤ ਸਾਨੂੰ ਖੇਡਣ ਲਈ ਮਿਲੇ ਹੋਏ ਨੇ, ਇੱਦਾਂ ਸੰਸਾਰ ਵਿਚਰਦਾ ਹੈ। ਹੁਣ ਇਹ ਚੀਜ਼ਾਂ ਨਾ ਸਾਰਿਆਂ ਨੂੰ ਲਗਭਗ ਮਿਲੀਆਂ ਹੋਈਆਂ ਨੇ। ਦਿਨ ਰਾਤ ਸਾਰਿਆਂ ਦਾ ਬਰਾਬਰ, ਚੋਰ ਹੋਵੇ, ਸਾਧ ਹੋਵੇ, ਚੰਗਾ ਹੋਵੇ, ਮਾੜਾ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਦਿਨ ਰਾਤ ਤੇ ਸਾਰਿਆਂ ਨੂੰ 24 ਘੰਟੇ ਤੇ ਇੱਕੋ ਜਿਹੇ ਮਿਲੇ ਨੇ ਨਾ। ਇਹਨਾਂ ਦੇ ਵਿੱਚ ਇੱਕ ਖਾਸ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰਮੁਖ। ਇਹਨਾਂ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਵੀ ਇਹੋ ਹੀ ਸਮਾਂ ਮਿਲਦਾ ਹੈ, ਪਰ ਉਹਨਾਂ ਦੇ ਲਈ ਕੀ ਹੈ, ਗੁਰਮੁਖ ਜਨਮ ਸਕਾਰਥਾ। ਜਿਹੜੇ ਗੁਰਮੁਖ ਨੇ ਉਹਨਾਂ ਦਾ ਜਨਮ ਸਕਾਰਤ ਹੋ ਜਾਂਦਾ ਹੈ। ਸਕਾਰਤ ਦਾ ਮਤਲਬ ਕੀ ਹੈ, ਕਿਸੇ ਅਰਥ ਦੇ ਵਿੱਚ ਆ ਜਾਂਦਾ ਹੈ, ਕਿਸੇ ਫਾਇਦੇ ਦੇ ਵਿੱਚ ਆ ਜਾਂਦਾ ਹੈ। ਉਹਨਾਂ ਨੂੰ ਇਸ ਸਰੀਰ ਦਾ ਕੁਝ ਲਾਭ ਹੋ ਜਾਂਦਾ ਹੈ। ਸਰੀਰ ਵੇਖੋ ਜਾਨਵਰਾਂ ਦੇ ਕੋਲ ਵੀ ਹੈ ਨੇ, ਸਾਡੇ ਨਾਲੋਂ ਚੰਗੇ ਨੇ। ਹਾਥੀ ਸਾਡੇ ਨਾਲੋਂ ਕਿਤੇ ਤਗੜਾ ਹੈ, ਸ਼ੇਰ ਸਾਡੇ ਨਾਲੋਂ ਕਿਤੇ ਤਾਕਤ ਵਾਲਾ ਹੈ। ਸਰੀਰ ਤੇ ਉਹਨਾਂ ਦੇ ਕੋਲ ਵੀ ਨੇ। ਸਰੀਰ ਪਾ ਲੈਣਾ ਕੋਈ ਮਾਰਕਾ ਨਹੀਂ ਹੈ, ਇਹ ਰੱਬ ਦੀ ਕਿਰਪਾ ਹੈ, ਸਾਨੂੰ ਸਰੀਰ ਮਿਲ ਗਿਆ ਹੈ। ਸਾਡੀ ਤਾਕਤ ਦੇ ਵਿੱਚ ਇਹ ਵੀ ਨਹੀਂ ਹੈ ਤੇ ਕਿੱਦਣ ਹੱਥੋਂ ਨਿਕਲ ਜਾਵੇ ਤਾਂ ਵੀ ਅਸੀਂ ਕੁਝ ਨਹੀਂ ਕਰ ਸਕਣਾ। ਇਸ ਸਰੀਰ ਦੀ ਵਰਤੋਂ ਕਿਤੇ ਨਾ ਕਿਤੇ ਸਾਡੇ ਹੱਥ ਦੇ ਵਿੱਚ ਹੈ ਵੀ ਇਸ ਸਰੀਰ ਨੂੰ ਵਰਤ ਕੇ ਅਸੀਂ ਜਨਮ ਗਵਾ ਲੈਣਾ ਹੈ ਕਿ ਇਸ ਸਰੀਰ ਨੂੰ ਵਰਤ ਕੇ ਤੇ ਅਸੀਂ ਇਹਨੂੰ ਜਨਮ ਨੂੰ ਸਫਲ ਕਰ ਲੈਣਾ ਹੈ। ਇਹ ਦੋਵੇਂ ਪਾਸੇ ਦੀਆਂ ਉਦਾਹਰਨਾਂ ਗੁਰਬਾਣੀ ਦੇ ਵਿੱਚ ਹੈ ਨੇ
ਵੀ ਜ਼ਿੰਦਗੀ ਗਵਾ ਵੀ ਲਈ ਜਾਂਦੀ ਹੈ ਤੇ ਜ਼ਿੰਦਗੀ ਬਣਾ ਵੀ ਲਈ ਜਾਂਦੀ ਹੈ। ਸਮਾਂ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ ਹੈ। ਕਈਆਂ ਦੇ ਹੱਥ ਦੇ ਵਿੱਚ ਚੰਗੀ ਚੀਜ਼ ਆ ਜਾਂਦੀ ਹੈ ਤੇ ਕਈ ਇਹਨੂੰ ਵੀ ਗਵਾ ਕੇ ਚਲੇ ਜਾਂਦੇ, ਜਿਹਨੂੰ ਸਤਿਗੁਰੂ ਕਹਿੰਦੇ ਨੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਜੋ ਮਿਲਿਆ ਸੀ ਉਹ ਵੀ ਗਵਾ ਲਿਆ। ਇਸ ਜ਼ਿੰਦਗੀ ਦੇ ਵਿੱਚ ਆ ਕੇ ਗੁਰਮੁਖ ਜਨਮ ਸਕਾਰਥਾ, ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ। ਕਿਉਂ? ਸਾਧ ਸੰਗਤ ਵਸ ਆਪ ਗਵਾਇਆ, ਕਿਉਂਕਿ ਉਹਨਾਂ ਨੇ ਸੰਗਤ ਦੇ ਵਿੱਚ ਵਸ ਕੇ ਤੇ ਆਪਣੇ ਆਪੇ ਨੂੰ ਗਵਾ ਲਿਆ, ਆਪਣੇ ਅਹੰ ਨੂੰ ਗਵਾ ਲਿਆ। ਹੁਣ ਫੇਰ ਇੱਥੇ ਸਾਡਾ ਨਾ ਪ੍ਰੈਕਟੀਕਲ ਸ਼ੁਰੂ ਹੋ ਜਾਂਦਾ ਹੈ। ਇਹ ਦੋ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ, ਅਸੀਂ ਸਕੂਲਾਂ ਦੇ ਵਿੱਚ ਵੀ ਪੜ੍ਹਿਆ। ਇੱਕ ਹੁੰਦਾ ਹੈ ਥਿਊਰੀ ਤੇ ਇੱਕ ਹੁੰਦਾ ਹੈ ਪ੍ਰੈਕਟੀਕਲ। ਥਿਊਰੀ ਜਿਹੜੇ ਸੁਣਦੇ ਨੇ, ਨਮਸਕਾਰ ਹੈ, ਤੁਸੀਂ ਹੁਣ ਥਿਊਰੀ ਹੀ ਸੁਣਦੇ ਪਏ ਜੇ ਤੇ ਮੈਂ ਵੀ ਸੁਣਾ ਰਿਹਾ ਤੇ ਮੈਂ ਵੀ ਇਹਦੇ ਵਿੱਚ ਹੀ ਆ ਜਾਂਦਾ ਹਾਂ। ਇਹ ਥਿਊਰੀ ਚੱਲਦੀ ਪਈ ਹੈ ਸਾਡੀ, ਪਰ ਪ੍ਰੈਕਟੀਕਲ ਦਾ ਮੌਕਾ ਸਾਡਾ ਨਿਸ਼ਚਿਤ ਟੈਸਟ ਨਹੀਂ ਹੁੰਦਾ ਸਾਡਾ ਇੱਥੇ ਵੀ ਤੁਹਾਡਾ ਜੀ ਵੀਕਐਂਡ ਤੇ ਟੈਸਟ ਹੋਣਾ ਜੀ, ਤੁਸੀਂ ਸ਼ੁੱਕਰਵਾਰ ਟੈਸਟ ਲਵਾਂਗੇ, ਤੁਹਾਡਾ ਸੋਮਵਾਰ ਟੈਸਟ ਲਵਾਂਗੇ। ਸਕੂਲਾਂ 'ਚ ਤੇ ਦੱਸਿਆ ਜਾਂਦਾ, ਇੱਥੇ ਦੱਸਿਆ ਨਹੀਂ ਜਾਂਦਾ। ਇੱਥੇ ਭਾਵੇਂ ਹੁਣੇ ਟੈਸਟ ਹੋ ਜਾਵੇ, ਬਸ ਨਾ ਤੇ ਟੈਸਟ ਲੈਣ ਵਾਲੇ ਨੂੰ ਦੱਸਣਾ ਹੁੰਦਾ, ਲੈਣ ਵਾਲੇ ਨੇ ਵੀ ਕਦੋਂ ਤੇਰਾ ਟੈਸਟ ਹੋ ਜਾਣਾ। ਇਹ ਬਸ ਆ ਜਿਹੜਾ ਸੁਣਿਆ ਹੁੰਦਾ ਨਾ, ਇਹੋ ਹੀ ਸਾਡਾ ਉਦੋਂ ਕੰਮ ਹੋਣਾ ਹੁੰਦਾ ਹੈ ਵੀ ਮੈਂ ਸੁਣਿਆ ਸੀ ਤੇ ਮੈਂ ਉਦੋਂ ਉੱਥੇ ਕੀ ਮਾਹੌਲ ਦੇ ਵਿੱਚ ਜੀਵਿਆ, ਮੈਂ ਕਿੱਦਾਂ ਬਿਹੇਵ ਕੀਤਾ ਹੈ, ਮੈਂ ਪਾਸ ਹੋ ਗਿਆ ਕਿ ਫੇਲ ਹੋ ਗਿਆ, ਬਸ ਇੰਨੀ ਕੁ ਗੱਲ ਹੈ। ਮੈਂ ਕੱਲ੍ਹ ਵੀ ਆਪ ਜੀ ਦੇ ਅੱਗੇ ਇੱਕ ਸਾਖੀ ਰੱਖੀ ਸੀ, ਉਹ ਭਾਈ ਕੱਟੂ ਜੀ ਦੇ ਵਾਲੀ, ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਜਦੋਂ ਸ਼ਹਿਦ ਪੇਸ਼ ਕੀਤਾ ਤੇ ਸ਼ਹਿਦ ਖਰਾਬ ਹੋ ਗਿਆ ਤੇ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਮੰਗਿਆ ਉਦੋਂ ਤਾਂ ਤੁਸੀਂ ਦਿੱਤਾ ਨਹੀਂ। ਇਹ ਕੀ ਭਾਵ ਸੀ? ਵੀ ਜਦੋਂ ਤੁਹਾਡਾ ਟੈਸਟ ਹੋਇਆ ਉਦੋਂ ਤਾਂ ਤੁਸੀਂ ਫੇਲ ਹੋ ਗਏ ਤੇ ਹੁਣ ਤੁਸੀਂ ਜਿੰਨੇ ਮਰਜ਼ੀ ਟੈਸਟ ਦੇਈ ਜਾਓ, ਇਹਦਾ ਕੀ ਫਾਇਦਾ ਹੋਵੇਗਾ? ਇਸ ਕਰਕੇ ਥਿਊਰੀ ਬਹੁਤ ਲੋਕ ਸੁਣਦੇ ਨੇ, ਨਮਸਕਾਰ ਹੈ, ਥਿਊਰੀ ਵੀ ਸੁਣਨੀ ਜ਼ਰੂਰੀ ਹੈ, ਪਰ ਗੱਲ ਹੈ ਪ੍ਰੈਕਟੀਕਲ ਦੇ ਉੱਤੇ ਆ ਕੇ ਮੁੱਕਣੀ। ਸਾਡੀ ਕਿਤੇ ਨਾ ਕਿਤੇ ਤਰਾਸਦੀ ਇਹ ਹੈ, ਜਿਹੜੇ ਪ੍ਰੈਕਟੀਕਲ ਕਰਦੇ ਨੇ ਉਹ ਥਿਊਰੀ ਸੁਣਨ ਦੇ ਲਈ ਬੈਠਦੇ ਹੀ ਨਹੀਂ। ਜਿਹੜੇ ਸੇਵਾ ਕਰਦੇ ਨੇ ਤੁਹਾਡੇ ਵਿੱਚੋਂ ਬੈਠਦੇ ਨੇ, ਚਲੋ ਕਿਉਂਕਿ ਸਾਰੀਆਂ ਗੱਲਾਂ ਇੱਥੋਂ ਲਈ ਨਹੀਂ ਹੁੰਦੀਆਂ, ਤੁਹਾਡੇ ਵਿੱਚੋਂ ਸੇਵਾ ਕਰਨ ਵਾਲੇ ਬੈਠਦੇ ਵੀ ਨੇ, ਪਰ ਸਾਰੇ ਤੇ ਨਹੀਂ ਬੈਠਦੇ। ਜਦੋਂ ਸਾਰੇ ਨਹੀਂ ਬੈਠਦੇ ਤੇ ਸਾਰਿਆਂ ਦਾ ਬਿਹੇਵ ਫਿਰ ਇੱਕੋ ਜਿਹਾ ਕਿੱਦਾਂ ਹੋਵੇਗਾ? ਨਹੀਂ ਹੁੰਦਾ, ਹਰ ਇੱਕ ਦਾ ਵੱਖਰਾ ਵੱਖਰਾ, ਕਿਉਂਕਿ ਸੇਵਾ ਕਰਨ ਵਾਲੇ ਨੂੰ ਲੱਗਣ ਲੱਗ ਪੈਂਦਾ ਵੀ ਮੈਨੂੰ ਲੋੜ ਹੀ ਨਹੀਂ ਹੈ ਇਹਨਾਂ ਚੀਜ਼ਾਂ ਦੀ। ਇੱਦਾਂ ਹੀ ਸਾਡੇ ਵਰਗੇ ਗਿਆਨੀਆਂ ਦਾ ਹਾਲ ਹੋ ਜਾਂਦਾ, ਉਹਨਾਂ ਨੂੰ ਲੱਗਦਾ ਵੀ ਬਸ ਮੈਨੂੰ ਪਤਾ ਹੋਣਾ ਚਾਹੀਦਾ ਹੈ, ਕਰਾਂ ਭਾਵੇਂ ਨਾ ਕਰਾਂ, ਉਹ ਬਾਅਦ ਦੀ ਗੱਲ ਹੈ। ਥਿਊਰੀ ਤੇ ਪ੍ਰੈਕਟੀਕਲ ਇਹ ਦੋਵੇਂ ਚੀਜ਼ਾਂ ਨਾਲ ਚੱਲਣੀਆਂ ਚਾਹੀਦੀਆਂ ਨੇ, ਕੱਲੀ ਥਿਊਰੀ ਵੀ ਨਹੀਂ ਤੇ ਕੱਲਾ ਪ੍ਰੈਕਟੀਕਲ ਵੀ ਨਹੀਂ, ਦੋਵੇਂ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਜ਼ਿੰਦਗੀ ਦੇ ਵਿੱਚ। ਹੁਣ ਥਿਊਰੀ ਤੇ ਸੁਣ ਲਈ ਵੀ ਸੰਗਤ ਦੇ ਵਿੱਚ ਆ ਕੇ ਤੇ ਆਪਾ ਗਵਾ ਲਿਆ, ਤੇ ਜਦੋਂ ਪ੍ਰੈਕਟੀਕਲ ਦੀ ਵਾਰੀ ਆਈ ਤੇ ਕਿਸੇ ਨੂੰ ਠਾਤਾ ਵੀ ਉਠਾ ਤੇ ਮੇਰੀ ਸੀਟ ਹੈ, ਕਿਉਂਕਿ ਸੰਗਤ ਦੇ ਵਿੱਚ ਵੀ ਨਾ ਸੀਟਾਂ ਪੱਕੀਆਂ ਕਰਕੇ ਰੱਖੀਆਂ ਹੋਈਆਂ ਨੇ ਲੋਕਾਂ ਨੇ ਵੀ ਆਹ ਮੇਰੀ ਸੀਟ ਹੈ, ਮੈਂ ਇੱਥੇ ਹੀ ਬੈਠਦਾ ਹਾਂ, ਜੇ ਕੋਈ ਹੋਰ ਆ ਕੇ ਬੈਠਾ ਤੇ ਇੱਥੇ ਕਿਉਂ ਬੈਠ ਗਿਆ ਹੈ? ਆਹ ਪਾਠ ਹੈ, ਇਹ ਤੇ ਮੈਂ ਹੀ ਕਰਦਾ ਹਾਂ, ਦੂਜਾ ਬੰਦਾ ਇਹ ਪਾਠ ਕਿਉਂ ਕਰ ਜਾਂਦਾ ਹੈ? ਆਹ ਸ਼ਬਦ ਹੈ, ਇਹ ਤੇ ਮੈਂ ਹੀ ਪੜ੍ਹਦਾ ਹਾਂ, ਇਹ ਦੂਜਾ ਕਿਉਂ ਆ ਕੇ ਪੜ੍ਹ ਜਾਂਦਾ ਹੈ? ਆਹ ਬਾਲਟੀ ਹੈ ਤੇ ਮੈਂ ਹੀ ਇਹਨੂੰ ਲੈ ਕੇ ਵਰਤਾਵਾਂਗਾ, ਕੋਈ ਦੂਜਾ ਬੰਦਾ ਆ ਕੇ ਕਿਉਂ ਵਰਤਾ ਜਾਂਦਾ ਹੈ? ਇਹ ਹਾਲ ਨੇ। ਇਹ ਤੋਂ ਕਹਿੰਦੇ ਅਸੀਂ ਪ੍ਰੈਕਟੀਕਲ ਦੇ ਵਿੱਚ ਫੇਲ ਹੋ ਜਾਂਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਜਨਮ ਸਕਾਰਥਾ, ਸਾਧ ਸੰਗਤ ਵਸ ਆਪ ਗਵਾਇਆ। ਉਹ ਸੰਗਤ ਦੇ ਵਿੱਚ ਵਸ ਕੇ ਤੇ ਉਹਨਾਂ ਨੇ ਆਪਣਾ ਆਪਾ ਗਵਾ ਲਿਆ ਹੈ। ਇੰਨੇ ਨੀਵੇਂ ਹੋ ਕੇ ਵਿਚਰਦੇ ਪਏ ਨੇ। ਦੇਖੋ ਮੈਂ ਫਿਰ ਕਹਿ ਦੇਵਾਂ, ਬੋਲਦਾ ਪਿਆ ਹਾਂ, ਪਰ ਇਹਨੂੰ ਇੱਦਾਂ ਸਮਝੋ, ਜਿੱਦਣ ਮਹਾਰਾਜ ਨੂੰ ਸਾਡੀ ਲੋੜ ਪੈ ਗਈ ਉਹਨੇ ਆਪੇ ਹੀ ਸਾਨੂੰ ਬੁਲਾ ਲੈਣਾ ਵੀ ਆਹ ਕੰਮ ਕਰ ਲਓ। ਮੈਨੂੰ ਅੱਗੇ ਹੋ ਕੇ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਵੀ ਮੇਰੇ ਤੋਂ ਬਿਨਾਂ ਸਰਦਾ ਨਹੀਂ। ਚੁੱਪ ਕਰਕੇ ਆਪਣੀ ਥਾਂ ਦੇ ਵਿੱਚ ਬੰਦਾ ਬਣਿਆ ਰਵੇ, ਸੇਵਾ ਦੇ ਵਿੱਚ ਲੱਗਾ ਰਵੇ। ਜਿੱਦਣ ਮਹਾਰਾਜ ਨੂੰ ਲੋੜ ਪਈ ਮਹਾਰਾਜ ਨੇ ਆਪੇ ਵਰਤ ਲੈਣਾ। 1699 ਦੀ ਵਿਸਾਖੀ ਦੇ ਵਿੱਚ ਜਿੱਦਣ ਮਹਾਰਾਜ ਨੂੰ ਦਇਆ ਸਿੰਘ ਦੀ ਲੋੜ ਪੈ ਗਈ ਮਹਾਰਾਜ ਨੇ ਆਪੇ ਆਵਾਜ਼ ਮਾਰ ਲਈ ਨਾ ਵੀ ਆ ਜਾਓ। ਬਸ ਇੱਦਾਂ ਆਵਾਜ਼ਾਂ ਵੱਜਦੀਆਂ ਨੇ ਇਸ ਜ਼ਿੰਦਗੀ ਦੇ ਵਿੱਚ। ਸਾਧ ਸੰਗਤ ਮਿਲ ਵਸ ਆਪ ਗਵਾਇਆ, ਸੰਗਤ ਦੇ ਵਿੱਚ ਵਸ ਕੇ ਤੇ ਆਪਾ ਗਵਾ ਲਿਆ। ਪਤਾ ਹੀ ਨਹੀਂ ਵੀ ਕੌਣ ਕਿੰਨੀ ਕਰਨੀ ਵਾਲਾ ਤੇ ਕਿੰਨੀ ਚੜ੍ਹਦੀ ਕਲਾ ਵਾਲਾ ਬੈਠਾ ਹੋਇਆ ਹੈ। ਕਿਸੇ ਨੂੰ ਬੋਲ ਕੇ ਦੱਸਣ ਦੀ ਕੀ ਲੋੜ ਹੈ? ਉਹ ਜਿੱਦਾਂ ਆਪਾਂ ਅਕਸਰ ਇਸ ਉਦਾਹਰਣ ਨੂੰ ਲੈਂਦੇ ਹੁੰਦੇ ਹਾਂ ਕਿ ਵੇਖੋ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿਹੜੇ ਕਵੀ ਨੇ ਉਹਨਾਂ ਨੂੰ ਲੱਗਦਾ ਵੀ ਸਾਡੀ ਪੋਇਟਰੀ ਬੜੀ ਕਮਾਲ ਦੀ ਹੈ। ਇੱਦਾਂ ਹੀ ਗਿਆਨੀਆਂ ਨੂੰ ਲੱਗਦਾ, ਪੜ੍ਹਿਆਂ ਲਿਖਿਆਂ ਨੂੰ ਲੱਗਦਾ ਵੀ ਸਾਨੂੰ ਜ਼ਿਆਦਾ ਪਤਾ, ਤੇ ਆਮ ਜਿਹੜੀ ਸੰਗਤ ਹੈ ਇਹਨਾਂ ਨੂੰ ਥੋੜ੍ਹਾ ਕੁਝ ਪਤਾ ਹੁੰਦਾ। ਹੁਣ ਜਿਹੜੇ ਪੋਇਟਰੀ ਵਾਲੇ ਨੇ ਉਹਨਾਂ ਨੂੰ ਲੱਗਦਾ ਵੀ ਇਹ ਤੇ ਜੋ ਸਾਨੂੰ ਪਤਾ ਸਾਨੂੰ ਹੀ ਪਤਾ। ਤੇ ਮਹਾਰਾਜ ਫਿਰ ਹੰਕਾਰ ਤੋੜਨ ਦੇ ਲਈ ਕੀ ਕਰਦੇ ਨੇ? ਉਹ ਜਿਹੜਾ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ, ਭਾਈ ਧੰਨਾ ਸਿੰਘ ਉਹਨੂੰ ਕਹਿੰਦੇ ਵੀ ਆ ਤੇ ਇਹਦੇ ਅਰਥ ਕਰ।
ਤੁਸੀਂ ਬੈਠੇ ਜੇ, ਮੈਨੂੰ ਮਾਫ ਕਰਿਓ, ਜਿੰਨਾ ਮੈਂ ਮਾਈਕ ਦੇ ਵਿੱਚ ਬੋਲਦਾ ਹਾਂ ਤੁਸੀਂ ਤੇ ਇੰਨਾ ਬੋਲਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ। ਇਹ ਹੰਕਾਰ ਵਾਲੇ ਪਾਸੇ ਦੀ ਗੱਲ ਨਹੀਂ ਕਰਦਾ ਪਿਆ ਵੀ ਮੈਂ ਬੜਾ ਬੋਲਦਾ, ਪਰ ਮੈਂ ਅਕਸਰ ਕਹਿੰਦਾ ਹੁੰਦਾ ਇੱਥੇ ਮੈਂ 1 ਘੰਟਾ ਬੋਲਾਂ, 4 ਘੰਟੇ ਬੋਲ ਦੇਵਾਂ। ਸੰਗਤ ਦੇ ਵਿੱਚ ਜਦੋਂ ਮੈਂ ਜਾ ਕੇ ਕਿਸੇ ਨਾਲ ਗੱਲ ਕਰਦਾ, ਉਹਨਾਂ ਦੀ 2 ਮਿੰਟ ਦੀ ਗੱਲ ਹੀ ਐਡੀ ਕਮਾਲ ਦੀ ਹੁੰਦੀ, ਮੈਨੂੰ ਲੱਗਦਾ ਵੀ ਮੇਰਾ 30 ਮਿੰਟ ਦਾ ਬੋਲਿਆ ਵੀ ਉਸ 2 ਮਿੰਟ ਦੇ ਨਾਲੋਂ ਜ਼ਿਆਦਾ ਪਿੱਛੇ ਹੈ। ਉਹ ਕੀ ਹੁੰਦਾ ਹੈ? ਸੰਗਤ ਦੇ ਵਿੱਚ ਇੱਦਾਂ ਦੇ ਬੰਦੇ ਬੈਠੇ ਹੋਏ। ਸੰਗਤ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਜਣਾਓ ਹੀ ਨਾ ਵੀ ਮੈਂ ਆਉ ਹਾਂ ਤੇ ਮੈਂ ਆ ਹਾਂ। ਜਿੱਦਣ ਮੇਰੀ ਲੋੜ ਪੈ ਗਈ, ਮਹਾਰਾਜ ਨੇ ਆਪੇ ਮਾਰ ਲੈਣੀ ਆਵਾਜ਼ ਵੀ ਉੱਠ, ਹੁਣ ਤੇਰੀ ਲੋੜ ਪੈ ਗਈ ਹੈ ਤੇ ਹੁਣ ਬੋਲ। ਗੁਰਮੁਖਾਂ ਨੇ ਸੰਗਤ ਦੇ ਵਿੱਚ ਵਸ ਕੇ ਤੇ ਆਪਣਾ ਆਪਾ ਗਵਾ ਲਿਆ ਹੈ। ਫਿਰ ਕੀ ਹੈ? ਜੰਮਣ ਮਰਣੋਂ ਬਾਹਰੇ ਜੀਵਨ ਮੁਕਤ ਜੁਗਤ ਵਰਤਾਇਆ। ਉਹ ਜੀਵਨ ਮੁਕਤ ਜੁਗਤੀ ਦੇ ਵਿੱਚ ਜਿਉਂਦੇ ਨੇ। ਜੁਗਤੀ ਦਾ ਮਤਲਬ ਹੁੰਦਾ ਹੈ ਮੈਥਡ, ਵੇ। ਅਸੀਂ ਵੀ ਨਾ ਇੱਕ ਮੈਥਡ ਦੇ ਵਿੱਚ ਜੀ ਰਹੇ ਹਾਂ। ਹੁਣ ਅਸੀਂ ਕਦੀ ਵੀ ਜਿਹੜੀ ਜ਼ਿੰਦਗੀ ਹੈ ਨਾ, ਉਹ ਸਾਡੀ ਮੈਥਡ ਤੋਂ ਬਾਹਰ ਨਹੀਂ ਜੀਵੀ ਜਾਂਦੀ। ਸਾਡੀ ਇੱਕ ਲਾਈਫ ਸਟਾਈਲ ਹੈ ਸਾਡੇ ਸਾਰਿਆਂ ਦਾ। ਹੋ ਸਕਦਾ ਪਰਸਨਲ, ਹੋ ਸਕਦਾ ਕਿਸੇ ਦਾ ਇੱਕ ਦੂਜੇ ਨਾਲ ਨਾਮ ਮਿਲਦਾ ਹੋਵੇ। ਜਿੱਦਾਂ ਆਪਾਂ ਹੀ ਆਪਣੀ ਗੱਲ ਹੀ ਕਰ ਲਈਏ ਵੀ ਥੋੜ੍ਹਾ ਬਹੁਤਾ ਧਾਰਮਿਕ ਵੀ ਹੋ ਗਏ, ਥੋੜ੍ਹਾ ਬਹੁਤਾ ਪਾਠ ਵੀ ਕਰ ਲਿਆ, ਥੋੜ੍ਹਾ ਬਹੁਤਾ ਆਪਾਂ ਵੀ ਇੱਦਾਂ ਕਹਿ ਲਓ ਵੀ ਬਾਕੀਆਂ ਨੂੰ ਵੀ ਨਾਰਾਜ਼ ਨਹੀਂ ਕੀਤਾ। ਇਹ ਸਾਡਾ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ ਵੀ ਕੋਈ ਨਾਰਾਜ਼ ਵੀ ਨਾ ਹੋ ਜੇ ਤੇ ਆਪਣਾ ਮਨ ਵੀ ਰਹਿ ਜਾਵੇ। ਇਹ ਇੱਦਾਂ ਦੀ ਜ਼ਿੰਦਗੀ ਹੁੰਦੀ ਹੈ। ਇੱਦਾਂ ਇੱਕ ਲਾਈਫ ਸਟਾਈਲ ਹੈ ਜ਼ਿੰਦਗੀ ਦਾ ਜਿਹਨੂੰ ਜੀਵਨ ਮੁਕਤ ਕਿਹਾ ਜਾਂਦਾ ਹੈ। ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਮਰ ਕੇ ਕੋਈ ਮੁਕਤ ਹੁੰਦਾ ਹੈ। ਸਤਿਗੁਰੂ ਕੀ ਕਹਿੰਦੇ ਨੇ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੇ ਨਾਲ ਕੀ ਹੈ? ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਹੁਣ ਉਹਦੇ ਵਿੱਚ ਸਤਿਗੁਰੂ ਨੇ ਕੀ ਬੋਲਿਆ ਵੇਖੋ। ਇਹਨੂੰ ਨਾਲੇ ਨਾਲ ਹੀ ਆਪਾਂ ਕੰਪੈਰੀਜ਼ਨ ਕਰੀ ਜਾਈਏ। ਹੋ ਸਕਦਾ ਕਿਸੇ ਦਾ ਸੋਨਾ ਵੇਖ ਕੇ ਮਨ ਨਾ ਡੋਲਦਾ ਹੋਵੇ, ਪਰ ਇਹ ਥੋੜ੍ਹਾ ਵੀ ਸਾਰਿਆਂ ਦਾ ਨਹੀਂ ਡੋਲਦਾ। ਹੋ ਸਕਦਾ ਕਿਸੇ ਦਾ ਦੁੱਖ ਵੇਖ ਕੇ ਮਨ ਨਾ ਡੋਲਦਾ ਹੋਵੇ, ਪਰ ਇੱਦਾਂ ਤਾਂ ਨਹੀਂ ਕਹਿ ਸਕਦੇ ਵੀ ਸਾਰਿਆਂ ਦਾ ਨਹੀਂ ਡੋਲਦਾ, ਕਈਆਂ ਦਾ ਡੋਲ ਜਾਂਦਾ ਹੈ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ? ਜਿਹੜਾ ਜੀਵਨ ਮੁਕਤ ਹੈ ਉਹਦੇ ਲਈ ਖੁਸ਼ੀ ਗਮੀ, ਉਹਦੇ ਲਈ ਸੋਨਾ ਚਾਂਦੀ, ਉਹਦੇ ਲਈ ਇਹ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਹੋ ਗਈਆਂ। ਗੁਰਮੁਖ ਇੱਦਾਂ ਜੀਂਦੇ ਨੇ, ਚੀਜ਼ਾਂ ਨਹੀਂ ਖਿੱਚਦੀਆਂ ਇਹਨਾਂ ਨੂੰ, ਚੀਜ਼ਾਂ ਦੇ ਪ੍ਰਭਾਵ ਤੋਂ ਉੱਤੇ, ਸਰੀਰਾਂ ਦੇ ਪ੍ਰਭਾਵ ਤੋਂ ਉੱਤੇ। ਜੰਮਣ ਮਰਣੋਂ ਬਾਹਰੇ ਜੀਵਨ ਮੁਕਤ ਜੁਗਤ ਵਰਤਾਇਆ। ਭਾਈ ਜੀਵਨ ਨੂੰ ਇੱਦਾਂ ਇਹਨਾਂ ਨੇ ਵਰਤ ਲਿਆ ਹੈ ਕਿ ਜਨਮ ਮਰਨ ਦੇ ਡਰ ਤੋਂ ਹੀ ਉੱਤੇ ਚਲੇ ਗਏ ਨੇ, ਦੁੱਖ ਸੁੱਖ ਤੋਂ ਉੱਤੇ ਹੋ ਗਏ, ਜੀਵਨ ਮੁਕਤੀ ਜੀਂਦੇ ਨੇ। ਜੀਵਨ ਮੁਕਤ ਇੱਕ ਚੈਪਟਰ ਹੈ ਗੁਰਮਤਿ ਦੇ ਵਿੱਚ ਵੀ ਇਹ ਕਿੱਦਾਂ ਦਾ ਬਣਦਾ ਹੈ। ਇਹਨੂੰ ਕਿਤੇ ਵੱਖਰੀ ਪੌੜੀ ਆਵੇਗੀ ਤੇ ਅਸੀਂ ਵਿਚਾਰਾਂਗੇ। ਗੁਰਮਤਿ ਮਾਤਾ ਮਤ ਹੈ। ਇੱਥੇ ਵੀ ਅੱਗੇ ਵੈਸੇ ਉਹਦੀਆਂ ਕੁਝ ਉਦਾਹਰਨਾਂ ਨੇ। ਇੱਕ ਜਨਮ ਹੁੰਦਾ ਸਾਡਾ ਜਿਹੜਾ ਸਾਡੇ ਮਾਤਾ ਪਿਤਾ ਦੇ ਘਰ ਦੇ ਵਿੱਚ ਹੋ ਗਿਆ, ਇਹ ਸਾਰਿਆਂ ਦਾ ਹੁੰਦਾ ਹੈ। ਤੇ ਇੱਕ ਜਨਮ ਉਹ ਹੈ ਜਿਹੜਾ ਸਾਡਾ ਗੁਰੂ ਘਰ ਦੇ ਵਿੱਚ ਹੋਣਾ ਹੁੰਦਾ, ਇਹ ਕਈਆਂ ਦਾ ਹੀ ਹੁੰਦਾ। ਇਹ ਜਨਮ ਹੋ ਜਾਵੇ ਤੇ ਇਹ ਬੈਟਰ ਗੱਲ ਹੈ, ਪਰ ਇਹ ਜਨਮ ਜਿਹੜਾ ਇਹ ਸੰਗਤ ਦੇ ਵਿੱਚ ਹੀ ਹੋਣਾ ਹੁੰਦਾ ਹੈ। ਗੁਰਮਤਿ ਮਾਤਾ ਮਤ ਹੈ। ਗੁਰਮਤਿ ਦੇ ਵਿੱਚ ਸਾਡੀ ਮਾਤਾ ਕਿਹੜੀ ਹੈ? ਬਾਹਰ ਦੀ ਮਾਤਾ ਹੈ, ਉਹਦਾ ਸਤਿਕਾਰ ਹੈ, ਉਹਨੇ ਸਾਨੂੰ ਸੰਸਾਰ ਦੇ ਵਿੱਚ ਲੈ ਕੇ ਆਂਦਾ ਹੈ। ਇਸ ਕਰਕੇ ਜਿੰਨੀ ਸੇਵਾ ਹੋਵੇ ਉਨੀ ਥੋੜ੍ਹੀ ਹੈ ਉਸ ਮਾਤਾ ਦੀ। ਪਰ ਇੱਥੇ ਅਧਿਆਤਮਿਕ ਜੀਵਨ ਦੇ ਵਿੱਚ, ਗੁਰਮੁਖਾਂ ਦੇ ਜੀਵਨ ਦੇ ਵਿੱਚ ਸਾਡੀ ਮਾਤਾ ਕੀ ਹੈ? ਮਤ ਹੈ। ਗੁਰਮਤਿ ਸਾਡੀ ਮਾਤਾ ਹੈ। ਅਸੀਂ ਇਸੇ ਕਰਕੇ ਇਹਨੂੰ ਪੜ੍ਹਦੇ ਹਾਂ ਅਰਦਾਸ ਦੇ ਵਿੱਚ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਸ ਮਤ ਨੂੰ ਉੱਚਾ ਰੱਖਣਾ ਹੈ। ਜਿੱਦਾਂ ਅਸੀਂ ਕਹਿੰਦੇ ਨਾ ਵੀ ਆਪਣੀ ਮਾਤਾ ਦੀ ਰਿਸਪੈਕਟ ਕਰੋ, ਧਾਰਮਿਕ ਜੀਵਨ ਦੇ ਵਿੱਚ ਆਪਣੀ ਮਤ ਦੀ ਰਿਸਪੈਕਟ ਕਰਨੀ ਹੁੰਦੀ ਹੈ। ਇਸ ਦੀ ਗੱਲ ਨੂੰ ਮੰਨਣਾ ਹੁੰਦਾ ਹੈ। ਮਨ ਦੀ ਗੱਲ ਨੂੰ ਕਿਸੇ ਵੇਲੇ ਪਿੱਛੇ ਵੀ ਰੱਖਣਾ ਪੈਂਦਾ ਹੈ। ਮਨ ਤੇ ਬਹੁਤ ਕੁਝ ਸੋਚਦਾ ਹੈ। ਗੁਰਮਤਿ ਮਾਤਾ ਮਤ ਹੈ। ਗੁਰਮਤਿ ਦੇ ਵਿੱਚ ਸਾਡੀ ਮਤ ਜਿਹੜੀ ਹੈ ਨਾ, ਉਹ ਸਾਡੀ ਮਾਤਾ ਹੈ, ਸਾਨੂੰ ਕਮਾਂਡ ਕਰਦੀ ਹੈ। ਫਿਰ ਕੀ ਹੈ? ਪਿਤਾ ਸੰਤੋਖ ਮੋਖ ਪਦ ਪਾਇਆ। ਕੱਲੀ ਮਾਤੀ ਨਹੀਂ, ਜਿੱਦਾਂ ਮਾਤਾ ਦੇ ਨਾਲ ਪਿਤਾ ਦਾ ਹੋਣਾ ਜ਼ਰੂਰੀ ਹੈ ਨਾ, ਇੱਦਾਂ ਸਾਡੀ ਜ਼ਿੰਦਗੀ ਦੇ ਵਿੱਚ, ਧਾਰਮਿਕ ਜੀਵਨ ਦੇ ਵਿੱਚ ਮਤ ਦੇ ਨਾਲ ਸੰਤੋਖ ਹੋਣਾ ਜ਼ਰੂਰੀ ਹੈ, ਸਿਦਕ ਹੋਣਾ ਜ਼ਰੂਰੀ ਹੈ। ਸੰਤੋਖ ਦਾ ਮਤਲਬ ਹੀ ਸੰਤੁਸ਼ਟੀ ਹੈ। ਅਸੀਂ ਸਾਰੇ ਲਗਭਗ, ਤੁਸੀਂ ਕਾਰੋਬਾਰੀ ਹੋ ਤੇ ਜ਼ਰੂਰੀ ਨਹੀਂ ਵੀ ਜਿੱਦਾਂ ਦੀ ਇੱਕ ਦਿਨ ਆਮਦਨ ਹੁੰਦੀ ਹੈ ਅਗਲੇ ਦਿਨ ਵੀ ਉੱਦਾਂ ਦੀ ਆਮਦਨ ਹੋਵੇ। ਅੱਜ ਆਮਦਨ ਜ਼ਿਆਦਾ ਹੋ ਗਈ, ਅਗਲੇ ਦਿਨ ਘੱਟ ਹੋ ਸਕਦੀ ਹੈ। ਇੱਦਾਂ ਦਾ ਦਿਨ ਵੀ ਆਉਂਦਾ ਵੀ ਕੁਝ ਵੀ ਨਹੀਂ ਬਣਦਾ, ਤੇ ਇੱਦਾਂ ਦਾ ਦਿਨ ਵੀ ਆ ਜਾਂਦਾ ਵੀ ਦੋਵਾਂ ਚਵਾਂ ਦਿਨਾਂ ਦੀ ਇੱਕੋ ਦਿਨ ਦੇ ਵਿੱਚ ਹੀ ਕਸਰ ਨਿਕਲ ਜਾਂਦੀ ਹੈ। ਇਹ ਸਾਰਿਆਂ ਦੇ ਨਾਲ ਹੀ ਹੁੰਦਾ। ਖੇਤੀ ਦੇ ਵਿੱਚ ਵੀ ਇੱਦਾਂ ਹੀ ਚੱਲਦਾ। ਇੱਕ ਸਾਲ ਚੰਗਾ ਨਿਕਲ ਗਿਆ, ਅਗਲੇ ਸਾਲ ਭਾਵੇਂ ਕੁਝ ਵੀ ਨਾ ਬਚੇ, ਅਗਲੇ ਸਾਲ ਬਰਾਬਰ ਹੀ ਬੰਦਾ ਛੁੱਟ ਜਾਵੇ। ਸੰਤੁਸ਼ਟੀ ਜੀਵਨ ਦਾ ਇੱਕ ਲੈਵਲ ਹੈ। ਬਾਬਾ ਫਰੀਦ ਕਹਿੰਦੇ ਨੇ, ਮੇਰੇ ਘਰ ਦੇ ਵਿੱਚ ਹੋਵੇਗੀ ਨਾ ਚੰਗੀ ਚੀਜ਼ ਤੇ ਮੈਂ ਖਾ ਲਵਾਂਗਾ, ਪਰ ਜੇ ਮੈਨੂੰ ਕੋਈ ਇਹ ਕਵੇ
ਵੀ ਦੂਜੇ ਦੀ ਚੀਜ਼ ਵੱਲ ਵੇਖ ਕੇ ਮੇਰਾ ਮਨ ਖਰਾਬ ਹੁੰਦਾ ਹੈ, ਕਿਉਂਕਿ ਅੱਜ ਕੱਲ੍ਹ ਪ੍ਰੋਬਲਮ ਹੀ ਸਾਡੀ ਇਹ ਹੈ ਵੀ ਉਹਨੇ ਕਰ ਲਿਆ ਹੈ, ਮੈਂ ਕਿਉਂ ਨਹੀਂ ਕਰਦਾ। ਮੈਂ ਜੇ ਨਾ ਕੀਤਾ ਤੇ ਮੈਨੂੰ ਫਿਰ ਮੈਂ ਉਹਨੂੰ ਵਿਖਾਵਾਂਗਾ ਕੀ ਵੀ ਵੇਖ ਮੇਰੇ ਪੱਲੇ ਕਿੰਨਾ ਕੁਝ ਹੈ। ਪ੍ਰੋਬਲਮ ਤੇ ਸਾਰੀ ਇੱਥੇ ਖੜੀ ਹੋਈ ਹੈ। ਬਾਬਾ ਫਰੀਦ ਕਹਿੰਦੇ ਕਿਸੇ ਦੀ ਥਾਲੀ ਦੇ ਵਿੱਚ ਜਿੰਨੀ ਮਰਜ਼ੀ ਕਮਾਲ ਦੀ ਰੋਟੀ ਪਈ ਹੋਵੇ ਤੇ ਭਾਵੇਂ ਨਾਲ 4 ਸਬਜ਼ੀਆਂ ਵੀ ਪਈਆਂ ਹੋਣ, ਜੇ ਮੇਰੇ ਕੋਲ ਇਸ ਵੇਲੇ ਰੁੱਖੀ ਹੈ ਨਾ ਤੇ ਮੈਂ ਧਿਆਨ ਨਹੀਂ ਭਟਕਾਵਾਂਗਾ, ਮੈਨੂੰ ਰੁੱਖੀ ਦੇ ਵਿੱਚ ਵੀ ਸੰਤੁਸ਼ਟੀ ਹੋਣੀ ਚਾਹੀਦੀ ਹੈ। ਤੁਹਾਨੂੰ ਤੁਹਾਡੇ ਘਰ ਦੀ ਰੋਟੀ ਦੇ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਹੈ। ਜ਼ਿਆਦਾ ਬਣ ਗਿਆ ਹੈ ਤਾਂ ਵੀ ਫਿਰ ਤੇ ਹੋ ਹੀ ਜਾਂਦੀ ਹੈ, ਜੇ ਕਿਸੇ ਵੇਲੇ ਥੋੜਾ ਬਣ ਗਿਆ ਹੈ, ਘੱਟ ਹੈ ਤੇ ਉਹਦੇ ਵਿੱਚ ਵੀ। ਬਾਬਾ ਫਰੀਦ ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹਦਾ ਮਤਲਬ ਇਹ ਨਹੀਂ ਵੀ ਚੋਪੜੀ ਨਹੀਂ ਖਾਣੀ ਚਾਹੀਦੀ, ਇਹਦਾ ਮਤਲਬ ਇਹ ਹੈ ਵੀ ਇਹ ਨਹੀਂ ਵੀ ਮੈਂ ਆਪਣੀ ਰੋਟੀ ਨੂੰ ਚੋਪੜਨ ਦੀ ਖਾਤਰ, ਘਿਓ ਲਾਉਣ ਦੀ ਖਾਤਰ ਦੂਜਿਆਂ ਦੇ ਨਾਲ ਧੱਕਾ ਕਰ ਲਵਾਂਗਾ। ਇਹ ਭਾਵ ਹੈ ਸੰਤੋਖ ਹੋਵੇ ਜ਼ਿੰਦਗੀ ਦੇ ਵਿੱਚ, ਸੰਤੁਸ਼ਟੀ ਇੰਨੀ ਹੋਵੇ ਜ਼ਿੰਦਗੀ ਦੇ ਵਿੱਚ, ਜੋ ਮਿਲ ਗਿਆ ਹੈ ਉਹਦੇ ਉੱਤੇ ਸਬਰ ਕਰਨ ਦੀ ਜਾਚ ਹੋਵੇ। ਇਹਦਾ ਮਤਲਬ ਇਹ ਨਹੀਂ ਵੀ ਤਰੱਕੀ ਨਹੀਂ ਕਰਨੀ ਜ਼ਿੰਦਗੀ ਦੇ ਵਿੱਚ, ਵੀ ਆਪਾਂ ਪੜ੍ਹਨਾ ਨਹੀਂ ਹੈ, ਵੀ ਫੇਲ ਹੋ ਗਿਆ ਤਾਂ ਉਹਦੇ ਉੱਤੇ ਵੀ ਸੰਤੁਸ਼ਟੀ। ਸੰਤੁਸ਼ਟੀ ਦਾ ਮਤਲਬ ਇਹ ਹੁੰਦਾ ਹੈ, ਜਿੱਦਾਂ ਸਾਡੇ ਵਿੱਚ ਇੱਕ ਗੱਲ ਬੋਲੀ ਜਾਂਦੀ ਹੁੰਦੀ ਵੀ ਢਿੱਡ ਤੇ ਭਰ ਗਿਆ ਪਰ ਅੱਖਾਂ ਨਹੀਂ ਰੱਜੀਆਂ। ਇਹ ਅੱਖਾਂ ਰੱਜਣੀਆਂ ਚਾਹੀਦੀਆਂ ਨੇ। ਸੰਤੁਸ਼ਟੀ ਇਸ ਚੀਜ਼ ਨੂੰ ਕਿਹਾ ਜਾਂਦਾ ਹੈ। ਮੈਂ ਰੱਜ ਗਿਆ ਹਾਂ, ਮੈਨੂੰ ਕੋਈ ਚੀਜ਼ ਨਹੀਂ ਵੀ ਮਿਲਦੀ ਪਈ, ਮੈਂ ਸੰਤੁਸ਼ਟ ਹੋਣਾ ਚਾਹੀਦਾ ਹਾਂ, ਕਿਉਂਕਿ ਮੈਂ ਚੀਜ਼ਾਂ ਦੇ ਵਿੱਚ ਨਹੀਂ ਜੀਂਦਾ, ਚੀਜ਼ਾਂ ਮੇਰੇ ਕਰਕੇ ਨੇ, ਮੈਂ ਚੀਜ਼ਾਂ ਕਰਕੇ ਨਹੀਂ ਹਾਂ। ਹੈ ਸਿਰਫ ਇੰਨੀ ਕਿ ਖੇਡ ਹੈ, ਪਰ ਵੇਖ ਲਓ ਕਿੰਨਾ ਸਿਦਕਹੀਣ ਹੈ ਜੀਵਨ। ਕੁਝ ਨਹੀਂ ਮਿਲਦਾ ਤੇ ਬੰਦਾ ਨਾਰਾਜ਼ ਹੋ ਜਾਂਦਾ ਹੈ। ਸਤਿਗੁਰੂ ਨੇ ਇਸ ਪਾਸੇ ਨੂੰ ਵੀ ਬੜਾ ਬੋਲਿਆ। ਮਹਾਰਾਜ ਕਹਿੰਦੇ ਨੇ ਸਾਧਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਖਾਏ। ਸੰਤੁਸ਼ਟੀ ਹੈ ਨਾ, ਮੈਂ ਪਹਿਲਾਂ ਹੀ ਇਹ ਸੋਚ ਕੇ ਬੈਠਾ ਹੋਵਾਂ ਵੀ ਮੈਨੂੰ ਇੰਨਾ ਕੁਝ ਮਿਲ ਜਾਣਾ, ਨਹੀਂ ਮਿਲਿਆ ਤੇ ਫਿਰ ਕੀ ਹੋਵੇਗਾ? ਫਿਰ ਸੰਤੁਸ਼ਟੀ ਨਹੀਂ ਹੋਵੇਗੀ। ਸੰਤੁਸ਼ਟੀ ਦਾ ਮਤਲਬ ਇਹ ਹੈ ਵੀ ਬਸ ਸੰਤੋਖੀ ਹੈ ਜੀਵਨ, ਜੋ ਮਿਲ ਗਿਆ ਹੈ ਰੱਬ ਦੀ ਇਹਦੇ ਵਿੱਚ ਰਜ਼ਾ ਸੀ ਵੀ ਇਹੀ ਮਿਲਣਾ ਹੈ। ਜਿੱਦਾਂ ਮਾਤਾ ਮੱਤ ਹੈ, ਇਦਾਂ ਸੰਤੋਖ ਜ਼ਿੰਦਗੀ ਦਾ ਪਿਤਾ ਹੈ। ਧੀਰਜ ਧਰਮ ਭਰਾਵ ਦੋਏ, ਜਪ ਤਪ ਜਤ ਸਤ ਪੁੱਤ ਜਣਾਇਆ। ਫਿਰ ਜਿੱਦਾਂ ਇੱਕ ਫੈਮਿਲੀ ਬਣਦੀ ਹੈ, ਮਾਤਾ ਪਿਤਾ ਤੇ ਮਾਤਾ ਪਿਤਾ ਤੋਂ ਅੱਗੇ ਹੋਰ ਵੀ ਜਿਹੜੇ ਬੱਚੇ ਜੰਮਦੇ ਨੇ ਉਹ ਸਾਡੇ ਹੋ ਜਾਂਦੇ ਨੇ ਭੈਣ ਭਰਾ। ਹੁਣ ਅਧਿਆਤਮਿਕ ਜੀਵਨ ਦੇ ਵਿੱਚ ਸਾਡੇ ਭੈਣ ਭਰਾ ਕਿਹੜੇ ਨੇ? ਧੀਰਜ ਹੋਵੇ ਜ਼ਿੰਦਗੀ ਦੇ ਵਿੱਚ। ਧੀਰਜ ਦਾ ਮਤਲਬ ਹੌਸਲਾ ਹੋਵੇ। ਜ਼ਿੰਦਗੀ ਨਾ ਹਫੜਾ ਦਫੜੀ ਵਾਲੀ ਨਾ ਹੋਵੇ ਵੀ ਉਸੇ ਵੇਲੇ ਰਿਐਕਟ ਕਰ ਦਿੱਤਾ ਕਿਸੇ ਚੀਜ਼ ਨੂੰ। ਹੌਸਲਾ ਥੋੜਾ ਜਿਹਾ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਸਬਰ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਧਰਮ ਫਰਜ਼ ਮੈਂ ਜ਼ਿੰਦਗੀ ਦੇ ਕਿੱਦਾਂ ਸਮਝਦਾ ਹਾਂ। ਇਹ ਦੋ ਭਰਾ ਨੇ ਜ਼ਿੰਦਗੀ ਦੇ ਵਿੱਚ, ਧਾਰਮਿਕ ਜ਼ਿੰਦਗੀ ਦੇ ਵਿੱਚ, ਜਿਹੜੇ ਹਰ ਵੇਲੇ ਨਾਲ ਰਹਿਣੇ ਚਾਹੀਦੇ ਨੇ। ਧੀਰਜ ਧਰਮ ਭਰਾਵ ਦੋਏ, ਜਪ ਤਪ ਜਤ ਸਤ ਪੁੱਤ ਜਣਾਇਆ। ਜਿੱਦਾਂ ਫਿਰ ਸਾਡੇ ਘਰ ਦੇ, ਸਾਡੀ ਮਾਤਾ ਦੇ ਘਰ ਦੇ ਵਿੱਚ ਸਾਡਾ ਜਨਮ ਹੋਇਆ ਤੇ ਅੱਗੇ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਦਾ ਜਨਮ ਹੋ ਜਾਂਦਾ ਨਾ, ਇੱਦਾਂ ਫਿਰ ਗੁਰਸਿੱਖ ਦੇ ਜੀਵਨ ਦੇ ਵਿੱਚੋਂ ਜਿਹੜੀ ਔਲਾਦ ਪੈਦਾ ਹੁੰਦੀ ਹੈ ਨਾ, ਜਿਹੜੇ ਗੁਣ ਪੈਦਾ ਹੁੰਦੇ ਨੇ ਉਹ ਹੁੰਦੇ ਨੇ ਜਤ ਸਤ, ਤੇ ਜਿਹੜਾ ਹੈ ਉਹ ਜਪ ਤਪ ਪੈਦਾ ਹੁੰਦਾ ਹੈ। ਜਪ ਤਪ ਦਾ ਮਤਲਬ ਹੈ ਸਾਡੀ ਭਗਤੀ, ਸ਼ਬਦ ਬਾਣੀ ਪੜ੍ਹਨੀ। ਜਤ ਸਤ ਦਾ ਮਤਲਬ ਹੁੰਦਾ ਸਾਡਾ ਸਾਡੇ ਇੰਦਰੀਆਂ ਦੇ ਉੱਤੇ ਕੰਟਰੋਲ, ਸਾਡਾ ਜ਼ਿੰਦਗੀ ਦੇ ਵਿੱਚ ਸਿਦਕ, ਸਾਡੀ ਜ਼ਿੰਦਗੀ ਦੇ ਵਿੱਚ ਸਬਰ ਕਿੰਨਾ ਹੈ ਸਾਡਾ। ਇਹ ਸਾਡੇ ਘਰ ਦੇ ਵਿੱਚ ਜੰਮਦੇ ਨੇ। ਜਿੱਦਾਂ ਘਰ ਦੇ ਜੰਮੇ ਘਰ ਦੇ ਵਿੱਚ ਹੀ ਰਹਿਣਗੇ ਨਾ, ਇੱਦਾਂ ਇਹ ਗੁਣ ਸਾਡੇ ਅੰਦਰ ਪ੍ਰਗਟ ਹੁੰਦੇ ਨੇ ਤੇ ਹਰ ਵੇਲੇ ਨਾਲ ਰਹਿੰਦੇ ਨੇ। ਇਹ ਗੁਰਮੁਖਾਂ ਦੀ ਗੱਲ ਹੈ, ਜਿਨ੍ਹਾਂ ਨੇ ਸੰਗਤ ਦੇ ਵਿੱਚ ਆ ਕੇ ਆਪਣੇ ਆਪੇ ਨੂੰ ਗਵਾ ਲਿਆ ਹੈ, ਜਿਨ੍ਹਾਂ ਨੇ ਥਿਊਰੀ ਤੇ ਪ੍ਰੈਕਟੀਕਲ ਇਕੱਠੇ ਕਰ ਲਏ ਨੇ। ਜਪ ਤਪ ਜਤ ਸਤ ਪੁੱਤ ਜਣਾਇਆ, ਗੁਰ ਚੇਲਾ ਚੇਲਾ ਗੁਰੂ, ਪੁਰਖੋਂ ਪੁਰਖ ਚਲਤ ਵਰਤਾਇਆ। ਗੁਰ ਚੇਲਾ, ਗੁਰੂ ਚੇਲਾ ਬਣ ਜਾਂਦਾ ਹੈ। ਇਹ ਹੁਣ ਕੀ ਭਾਵ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ, ਤੇ ਮੱਥਾ ਕੌਣ ਟੇਕਦਾ ਹੈ? ਮੱਥਾ ਤੇ ਡਿਸਾਈਪਲ ਹੀ ਟੇਕਦਾ ਨਾ, ਚੇਲਾ ਹੀ ਮੱਥਾ ਟੇਕਦਾ ਹੈ। ਗੁਰੂ ਜਿਹੜਾ ਸੀ ਉਹ ਚੇਲਾ ਬਣ ਗਿਆ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ, ਹੈ ਤੇ ਗੁਰੂ ਹੈ, ਪਰ ਗੁਰੂ ਚੇਲਾ ਬਣ ਗਿਆ। ਚੇਲਾ ਗੁਰੂ, ਜਦੋਂ ਚੇਲੇ ਦੇ ਅੰਦਰ ਉਹ ਗੁਣ ਪੂਰੇ ਹੋ ਗਏ ਵੀ ਜਦੋਂ ਉਹ ਗੁਰੂ ਦੀ ਬਰਾਬਰੀ ਵਾਲਾ ਹੋ ਗਿਆ ਹੈ, ਵੀ ਜਿੱਦਾਂ ਦਾ ਗੁਰੂ ਉਹਨੂੰ ਬਣਾਉਣਾ ਚਾਹੁੰਦਾ ਸੀ ਉੱਦਾਂ ਦਾ ਚੇਲੇ ਦਾ ਜੀਵਨ ਬਣ ਗਿਆ ਹੈ, ਉੱਦਾਂ ਦਾ ਸਿੱਖ ਦਾ ਜੀਵਨ ਬਣ ਗਿਆ। ਗੁਰੂ ਉਹਨੂੰ ਕਹਿ ਦਿੰਦਾ ਵੀ ਅੱਜ ਤੂੰ ਮੇਰੀ ਥਾਂ ਦੇ ਉੱਤੇ ਬੈਠ ਤੇ ਮੈਂ ਤੇਰੀ ਥਾਂ ਦੇ ਉੱਤੇ ਜਾ ਕੇ ਬੈਠ ਜਾਂਦਾ। ਗੁਰੂ ਨੇ ਕਦੀ ਨਹੀਂ ਕਿਹਾ ਵੀ ਮੈਂ ਤੇਰੇ ਤੋਂ ਵੱਡਾ ਹਾਂ, ਨਹੀਂ। ਬਸ ਗੁਰੂ ਉਹਨਾਂ ਚਿਰ ਆਪਣੇ ਆਪ ਨੂੰ ਵੱਡਾ ਰੱਖਦਾ ਹੈ ਵੀ ਜਿੰਨਾ ਚਿਰ ਸਾਡੇ ਅੰਦਰ ਉਹ ਗੁਣ ਨਹੀਂ ਆਉਂਦੇ। ਗੁਰੂ ਫਿਰ ਵੀ ਵੱਡਾ ਹੈ। ਮੈਂ ਫਿਰ ਕਹਿ ਦੇਵਾਂ, ਇਹ ਨਹੀਂ ਵੀ ਮੇਰੇ ਵਰਗਾ ਕਹਿ ਦੇਵੇ ਵੀ ਮੇਰੇ ਤੇ ਗੁਰੂ 'ਚ ਕੋਈ ਫਰਕ ਨਹੀਂ, ਬਹੁਤ ਫਰਕ ਹੈ। ਪਰ ਗੁਰੂ ਅੰਗਦ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਫਰਕ ਨਹੀਂ ਹੈ, ਕਿਉਂਕਿ ਗੁਰੂ ਅੰਗਦ ਦੇ ਅੰਦਰ ਗੁਣ ਉਹ ਆ ਗਏ ਨੇ। ਗੁਰ ਚੇਲਾ
ਚੇਲਾ ਗੁਰੂ, ਗੁਰੂ ਚੇਲਾ ਹੋ ਗਿਆ, ਚੇਲਾ ਗੁਰੂ ਹੋ ਗਿਆ। ਪੁਰਖੋਂ ਪੁਰਖ ਚਲਤ ਵਰਤਾਇਆ, ਇੱਕ ਪੁਰਸ਼ ਤੋਂ ਦੂਜਾ ਪੁਰਸ਼ ਤਿਆਰ ਹੁੰਦਾ ਹੈ। ਸਿੱਖੀ ਜਿਹੜੀ ਹੈ ਨਾ, ਮੈਂ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦਾ ਹਵਾਲਾ ਆਪ ਜੀ ਦੇ ਅੱਗੇ ਰੱਖਦਾ ਹੁੰਨਾ। ਸਿੱਖੀ ਲੈਕਚਰਾਂ ਦੀ ਨਹੀਂ ਹੈ, ਸਿੱਖੀ ਕਿਤਾਬਾਂ ਦੀ ਨਹੀਂ ਹੈ, ਸਿੱਖੀ ਜੀਵਨ ਦੀ ਹੈ। ਜਿੱਦਾਂ ਸਾਡੇ ਘਰ 'ਚ ਜੋ ਬੋਲੀ ਬੋਲੀ ਜਾਂਦੀ ਹੈ ਉਹੀ ਸਾਡੇ ਬੱਚੇ ਸਿੱਖਦੇ ਨੇ, ਤਾਂ ਜੋ ਅਸੀਂ ਕਰਦੇ ਹਾਂ ਨਾ ਉਹੀ ਗਾਂ ਸਿੱਖੀ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਆਉਂਦਾ ਹੈ। ਸਾਡੇ ਪਾਠਾਂ ਦਾ ਉਹਨਾਂ ਇੰਪਰੈਸ਼ਨ ਨਹੀਂ ਪੈਂਦਾ, ਮੈਨੂੰ ਮਾਫ਼ ਕਰਿਓ, ਜਿੰਨਾ ਸਾਡੇ ਕੰਮਾਂ ਦਾ ਇੰਪਰੈਸ਼ਨ ਪੈਂਦਾ। ਜੋ ਅਸੀਂ ਪਾਠ ਕਰਦੇ ਹਾਂ, ਠੀਕ ਹੈ, ਕਰਨਾ ਚਾਹੀਦਾ ਵੀ ਬੱਚਾ ਵੇਖ ਕੇ ਸਿੱਖਣਾ ਕਰ ਦੇਵੇਗਾ ਵੀ ਸਾਡੇ ਵੱਡੇ ਪਾਠ ਕਰਦੇ ਸੀ ਇਸ ਕਰਕੇ ਅਸੀਂ ਵੀ ਕਰਨਾ। ਪਰ ਜਦੋਂ ਅਸੀਂ ਗੁਟਕਾ ਸਾਹਿਬ ਰੱਖ ਕੇ ਜਿਹੜੇ ਕੰਮ ਕਰਦੇ ਹਾਂ ਉਹਨਾਂ ਕੰਮਾਂ ਦਾ ਇੰਪਰੈਸ਼ਨ ਜ਼ਿਆਦਾ ਪੈਂਦਾ ਹੈ ਬੱਚੇ ਦੇ ਉੱਤੇ। ਪੁਰਖੋਂ ਪੁਰਖ, ਇੱਕ ਪੁਰਸ਼ ਤੋਂ ਇੱਦਾਂ ਦੂਜਾ ਜਿਹੜਾ ਹੈ ਉਹ ਤਿਆਰ ਹੁੰਦਾ ਹੈ। ਜਿਹੋ ਜਿਹੇ ਤੁਸੀਂ ਵੇਖ ਲਓ ਘਰ ਦੇ ਵਿੱਚ ਸਾਰਿਆਂ ਦੀ ਸੋਚਾਂ ਇੱਕੋ ਜਿਹੀਆਂ ਹੀ ਹੋ ਜਾਂਦੀਆਂ ਨੇ, ਹੌਲੀ ਹੌਲੀ ਵੱਖ ਹੋ ਕੇ ਵੀ ਸਾਰੇ ਇੱਕੋ ਜਿਹੀ ਮੈਂਟੈਲਿਟੀ ਦੇ ਹੁੰਦੇ ਨੇ। ਪੁਰਖੋਂ ਪੁਰਖ ਚਲਤ ਵਰਤਾਇਆ, ਗੁਰਮੁਖ ਸੁਖ ਫਲ ਅਲੱਖ ਲਿਖਾਇਆ। ਭਾਈ ਗੁਰਮੁਖਾਂ ਨੇ ਇਸ ਜ਼ਿੰਦਗੀ ਦੇ ਵਿੱਚ ਸੁੱਖ ਫਲ ਜਿਹੜਾ ਹੈ ਨਾ ਉਹ ਪ੍ਰਾਪਤ ਕੀਤਾ ਹੈ। ਜ਼ਿੰਦਗੀ ਸਾਰਿਆਂ ਨੂੰ ਮਿਲੀ, ਦਿਨ ਰਾਤ ਸਾਰਿਆਂ ਨੂੰ ਮਿਲੇ, ਪਾਣੀ ਹਵਾ ਸਾਰਿਆਂ ਨੂੰ ਮਿਲੀ, ਪਰ ਗੁਰਮੁਖਾਂ ਨੇ ਕੀ ਕੀਤਾ? ਗੁਰਮੁਖਾਂ ਨੇ ਸੰਗਤ ਦੇ ਵਿੱਚ ਆ ਕੇ ਆਪਣਾ ਆਪਾ ਗਵਾਇਆ ਹੈ। ਉਹਨਾਂ ਦੇ ਅੰਦਰ ਮਤ ਹੈ, ਗੁਰਮਤ ਹੈ, ਉਹਨਾਂ ਦੇ ਅੰਦਰ ਸੰਤੋਖ ਹੈ, ਸਿਦਕ ਹੈ, ਤੇ ਨਾਲ ਕੀ ਹੈ? ਉਹਨਾਂ ਦੇ ਅੰਦਰ ਸ਼ੁਭ ਗੁਣ ਨੇ, ਜਪ ਤਪ ਨੇ। ਇਸ ਕਰਕੇ ਇਹ ਥਿਊਰੀ ਨੂੰ ਅਸੀਂ ਸੁਣਦੇ ਹਾਂ, ਜਦੋਂ ਪ੍ਰੈਕਟੀਕਲ ਕਰਨ ਦਾ ਮੌਕਾ ਆਵੇ ਤੇ ਇਹਨੂੰ ਪ੍ਰੈਕਟੀਕਲ ਦੇ ਵਿੱਚ ਵੀ ਇੰਪਲੀਮੈਂਟ ਕਰੀਏ, ਇਹ ਫਿਰ ਸਾਡੀ ਜਿਹੜੀ ਹੈ ਉਹ ਸਿੱਖੀ ਦੇ ਵੱਲ ਅਸੀਂ ਸਟੈਪ ਅੱਗੇ ਤੁਰ ਸਕਦੇ ਹਾਂ। ਗੁਰੂ ਬਖਸ਼ ਲਵੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ